ਉਸ ਨੂੰ ਗਾਵਾਂਗੇ। Only ਜਦੋਂ ਪ੍ਰਭੂ ਦੇ ਵਚਨ ਦੀ ਜਿਤਨੀ ਅਸੀਂ ਖੜੇ ਹਾਂ, ਤੁਸੀਂ ਮੇਰੇ ਨਾਲ ਸੰਤ ਮਤੀ ਦੀ ਇੰਜੀਲ 13ਵਾਂ ਅਧਿਆਇ ਉਹਦੀ 10 ਸਾਹਿਬ ਤੋਂ 17 ਤੱਕ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਨੂੰ ਪੜਾਂਗੇ। 10 ਤੋਂ 17 ਤੱਕ। ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹਨੂੰ ਕਿਹਾ, ਤੂੰ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ? ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸਵਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ, ਕਿਉਂਕਿ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ। ਮੈਂ ਇਸ ਲਈ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿ ਉਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਹਾਂਜੀ, 14ਵੀਂ ਆਇਤ ਜੀ 17ਵੀਂ ਤੱਕ। ਉਹਨਾਂ ਉੱਤੇ ਯਸ਼ਾਇਆ ਦਾ ਇਹ ਅੰਗਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ, ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁੱਝੋਗੇ ਨਾ, ਕਿਉਂ ਜੋ ਇਸ ਪ੍ਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ। ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੋੜਨ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਪਰ ਧੰਨ ਤੁਹਾਡੀਆਂ ਅੱਖੀਆਂ ਜੋ ਵੇਖਦੀਆਂ ਹਨ ਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ, ਕਿਉਂਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਬਥੇਰੇ ਨਬੀ ਅਤੇ ਧਰਮੀ ਲੋਚਦੇ ਸਨ, ਭਾਈ ਜੋ ਕੁਝ ਅਸੀਂ ਵੇਖਦੇ ਹਾਂ ਸੋ ਵੇਖਣ ਪਰ ਨਾ ਵੇਖਿਆ, ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੁਣਨ ਪਰ ਨਾ ਸੁਣਿਆ। ਖੁਦਾਵੰਦ ਦੇ ਪੜ੍ਹੇ ਹੋਏ ਵਚਨ ਦੇ ਉੱਤੇ ਖੁਦਾਵੰਦ ਦੀ ਬਰਕਤ ਹੋਵੇ। ਆਓ ਸਭ ਅੱਖਾਂ ਨੂੰ ਬੰਦ ਕਰਕੇ ਪ੍ਰਾਰਥਨਾ ਕਰਦੇ। ਸਾਡੇ ਪਿਆਰੇ ਖੁਦਾ ਪ੍ਰਭੂ ਯਿਸੂ ਮਸੀਹ, ਅੱਜ ਸਵੇਰ ਅਸੀਂ ਤੇਰੇ ਫੇਰ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੂੰ ਆਪਣੇ ਸਭ ਬੱਚਿਆਂ ਨੂੰ ਆਪਣੇ ਹਜ਼ੂਰ ਵਿੱਚ ਇਕੱਠੇ ਕੀਤਾ ਹੈ। ਧੰਨਵਾਦ ਕਰਦੇ ਹਾਂ ਪ੍ਰਭੂ ਤੇਰੇ ਪੜ੍ਹੇ ਗਏ ਵਚਨ ਵਾਸਤੇ, ਔਰ ਮੈਂ ਪ੍ਰਾਰਥਨਾ ਕਰਦਾ ਪੜ੍ਹੇ ਗਏ ਵਚਨ ਨੂੰ ਲੈ ਕੇ ਇਸ ਮੂੰਹ ਨੂੰ ਲੈ, ਮੈਂ ਆਪਣੀ ਦਿਲ ਨੂੰ, ਆਪਣੇ ਮੂੰਹ ਨੂੰ, ਆਪਣੇ ਦਿਲ ਦਿਮਾਗ ਸਭ ਕੁਝ ਤੈਨੂੰ ਸੌਂਪਦਾ ਹਾਂ। ਪ੍ਰਭੂ ਇਹਨਾਂ ਹੋਠਾਂ ਨੂੰ ਮਸਾ ਕਰ, ਇਸ ਜੀਭ ਤੇ ਆਪਣਾ ਵਚਨ ਰੱਖ, ਔਰ ਇਸ ਮੂੰਹ ਨੂੰ ਆਪਣੇ ਲਈ ਇਸਤੇਮਾਲ ਕਰ। ਪ੍ਰਭੂ ਜਿਹੜੇ ਤੇਰੇ ਲੋਕ ਤੇਰੇ ਕੋਲ ਚੰਗਾਈ ਲਈ ਆਏ ਨੇ, ਤੂੰ ਉਹਨਾਂ ਨੂੰ ਚੰਗਾਈ ਦੇ। ਜਿਹੜੇ ਹੋਰ ਕਿਸੇ ਜ਼ਰੂਰਤ ਲਈ ਆਏ ਨੇ, ਉਹਨਾਂ ਦੀ ਹਰੇਕ ਜ਼ਰੂਰਤ ਤੂੰ ਆਪਣੇ ਘਰ ਤੋਂ ਪੂਰੀ ਕਰ। ਔਰ ਖਾਸ ਕਰਕੇ ਜਿਹੜੇ ਵਚਨ ਦੇ ਭੁੱਖੇ ਪਿਆਸੇ ਨੇ, ਤੂੰ ਉਹਨਾਂ ਨੂੰ ਆਪਣੇ ਵਚਨ ਨਾਲ ਤ੍ਰਿਪਤ ਕਰ, ਕਿਉਂਕਿ ਅਸੀਂ ਇਸੇ ਲਈ ਸੰਸਾਰ ਛੱਡਿਆ ਆ, ਇਸੇ ਲਈ ਅਸੀਂ ਮਿਸ਼ਨਾਂ ਛੱਡੀਆਂ ਨੇ, ਇਸੇ ਲਈ ਬਹੁਤਿਆਂ ਨੇ ਆਪਣੇ ਨਜ਼ਦੀਕੀ ਸੱਜਣ ਮਿੱਤਰ ਛੱਡੇ ਨੇ, ਤਾਂ ਕਿ ਉਹ ਤੇਰੇ ਵਚਨ ਦੇ ਨਾਲ ਸੰਗਤੀ ਕਰ ਸਕਣ। ਔਰ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਆ, ਤੂੰ ਆਪਣੇ ਵਚਨ ਦੇ ਦੁਆਰਾ ਆਪਣੇ ਆਪ ਨੂੰ ਉਹਨਾਂ ਉੱਤੇ ਪ੍ਰਗਟ ਕਰ, ਔਰ ਇੱਕ ਇੱਕ ਨੂੰ ਬਰਕਤ ਦੇ। ਪ੍ਰਭੂ ਸਾਰਾ ਚਰਚ ਦਾ ਕੰਟਰੋਲ ਮੈਂ ਤੈਨੂੰ ਦੇਣਾ,
ਡਿਕਨਸ, ਐਲਡਰਸ और जिन्हें भी मिनिस्ट्री के लोग ने उन्होंने सबना के उत्ते कृपा कर। प्रभु शुक्र हो प्रार्थना को सुन। प्रार्थना प्रभु यीशु मसीह के नाम मांगते हैं, आमीन। सब बैठ जाओ। प्रभु बहुत बरकत देवे। खुदा का शुक्रिया। मैं पिछले हफ्ते सोच रहा सीगा कि हुण गर्मी आ गई है, थोड़ी मुश्किल होएगी। हिस्से नूं जे कोई उहदा चर्च है, उहदी कलीसिया है, वो कोई मनुख नहीं चला रहा, ये तो प्रभु आप है जो चला रहा है। उन्हें मनुखों का ही इस्तेमाल करना है और मनुखों तो ही उन्हें अपना काम लेना है। इसलिए मैं कहांगा असीं मुबारक हाँ जिहड़े प्रभु के काम विच लगे हुए हैं। आमीन। तो कुछ आत्मे ने जो प्रभु की सेवा वास्ते, प्रभु की देह की सेवा वास्ते कुछ प्रभु ने ठहराए ने, जिन्होंने इब्रानियां पहले अध्याय विच खुदा ने अपने बंदे पौलुस के द्वारा बोल के कहा कि ये आत्मावां सेवा करने वाली आत्मावां ने। आमीन। असी पैसे के भाव नाल सेवा नहीं कर रहे, असी सारे इसलिए सेवा कर रहे हैं कि ये सेवा खुदा दी है। ਇਹਦਾ प्रतिफल सानू किसी मनुख को नहीं मिलना। ਇਹਦਾ प्रतिफल ਜਾਂ ਇਹਦਾ उधर कितों मिलना है? सीधा प्रभु को मिलना है। आमीन। सो प्रभु दे फिर एक बार धन्यवादी हाँ तुहाडे सब ने जिन्होंने हुण तक उन्हें सलामत रखा है। और कुछ नवे परिवार आए ने, असीं उन्हां दे लई प्रभु का बहुत शुक्र करते हाँ कि खुदा ने उन्होंने किसी सही जगह में। और मैं दस देना चाहुंदा वां कि चंगाई जिहड़ी है वो प्रभु ते विश्वास करन नाल आ, क्योंकि जे असीं निश्चय करते हैं तो चंगाई साडी है। कोई भी चीज़ बाइबल ने कहा आ असी विश्वास नाल प्राप्त करते हैं। अब्राहम कोले पुत्र नहीं सी, जदों उन्हें खुदा उत्ते विश्वास किया या जदों खुदा दी उन्होंने बुलाहट हुई उदों वो 75 साल का सी ते सारियां उम्मीदां खत्म हो चुकियां सी। उहदी पत्नी 65 साल की, आप वो 75 साल का। फिर भी जदों उन्होंने ये वादा किया गया कि तू विश्वास कर तेन पुत्र मिलेगा, तो उन्हें 1 साल नहीं, 2 साल नहीं, 5 साल नहीं, 10 साल नहीं, 25 साल उन्हें विश्वास किया। और बाइबल जदों तुसी उत्पत्ति 21 पढ़ोगे तो उत्थे सफाई नाल लिखा आ जदों अब्राहम 100 साल का होया तो खुदा ने उहदे घर पुत्र दिता। ये देहां जिहड़ियां खुदा ने बनाईयां ने वो इन्हां देहां नूं बदल के जवान कर सकदा है। जिहड़ियां चीज़ां इस देह विच जा चुकियां ने वो वापस लैके आ सकदा है। आमीन। वो गुर्दियां की रचना कर सकदा है, वो दिल की रचना कर सकदा है, वो तुहाडीआं अखां की रचना कर सकदा है, वो किसी भी चीज़ की रचना कर सकता है। आमीन। वो किसी भी चीज़ की रचना कर सकता है। और बाइबल में असीं राती भी पढ़िया सीगा, एक अन्ना उहदे कोल आया, उन्हें थुक्या और हाथ ला के उन्हें अखां दे उत्ते उन्हें कहा तेनू की दीदा है? उन्हें कहा मैनू इदां मनुख दीदे ने पर रुखा मर गए। उसने फिर उन्हें छुआ मरकस 10 अध्याय विच ते उन्हें सब कुछ दिखना शुरू हो गया। एक होर जमानदरवाना सीगा साथी यूहन्ना दी इंजील 9 अध्याय विच, और प्रभु यीशु मसीह दे कोल लिआंदा गया ते प्रभु ने लिखा आ थल्लियों मिट्टी लैके उहदी अखां नूं लाई ते कहा जाके शिलोह दे कुंड विच धो लै। जदों उन्हें धोता ते उहदी अखां खुल गईयां।
तब प्रभु यीशु मसीह उतो चले गए। प्रभु यीशु मसीह उतो चले गए तो हौली हौली ये चर्चा सारे उस इलाके में फैल गई और जेडे प्रभु के विरोधी सन बार बार आके उन्हें पूछते ने तू अन्ना सी? उन्हें कहा हाँ मैं अन्ना सी। हुण तू वेखदा? उन्हें कहा मैं तुहाडे सामने वेखदा हूं, तुसीं मैनूं देखदे हो। मां प्यो नूं पुछया, उन्हें आख्या सानूं पता इन्हां जम्मिया सी। फिर किने दी अखां खोलियां? उन्हें सानूं नहीं पता किने खोलियां ने, पर हुण इह वेखदा, इहनूं पुछ लो। तद एक दिन प्रभु यीशु मसीह उन्हें मिले। तद प्रभु यीशु मसीह मिले जदों बहुत लोगों ने उन्हें सताया, किने तेनों चंगा कीता है, किवें तू चंगा हो गया है, क्योंकि प्रभु यीशु मसीह के विरोध में बहुत सारे सन। इस चंगिया करन दे लोग बहुत खिलाफ सन। तब प्रभु यीशु मसीह उन्हें मिलिया, उन्हें पूछा तू चंगा हो चुका है कि तू उन्हें जानता जिन्हें तेन चंगा किया? कहता मैनू नहीं पता, मैं तो उन्हें देखा भी नहीं है। उन्हें आख्या जिहदे नाल तू गल्लां करदा है उसे ने तेन चंगा किया है। सो प्रभु तुहानूं बहुत वड्डी बरकत देवे। चंगियाई है विश्वास नाल। आमीन। साडे विचों कितने लोग ने जिन्हां ने चंगियाई पाई है? करीब सारे लोग ने। असीं एवें नहीं प्रभु कोल आए, साडियां बीमारियां सानूं प्रभु कोल लैके आईयां, साडे जिहड़े दुख सी सानूं प्रभु कोल लैके आए। अज मैं तुहाडे सामने खड़ा हां ते मेरी कोई चाह नहीं सी प्रभु यीशु मसीह पीछे चलण दी, मेरी कोई इच्छा नहीं सी, लेकिन एक बीमारी मैनूं प्रभु कोल लैके आई है। जब मैं उहदे तो छुटकारा पाया तो फिर मैं उहदे तो भज नहीं सकिया। आमीन। तो साडे सारिਆਂ ਦੇ ਵਿੱਚ इदां ही है, कोई भी मेरे ख्याल खुशी नाल नहीं आया। और साडे भैन राजविंदर यार थोड़ा उठ के खड़े हो जाएंगे। खुदा ने इन्हां दी जिंदगी च काम किया, जबकि सारी तनख्वाह डॉक्टरां नूं दित्ती जांदी सी। जमीन विचों भी कुछ पैसा, उन्हां दे पति भी इत्थे बैठे ने, थोड़ा खड़े हो जाएंगे। भाई भुपिंदर सिंह मुक्तसर तो ने, बैठ जाओ, खुदा तुहानूं बरकत दे। खुदा ने इन्हां नूं छुटकारा दिता। जदों छुटकारा मिलिया हुण प्रभु तो भज नहीं सकते। हर संडे मुक्तसर तो संगति में आउंदे ने, और कला छुटकारा ही नहीं दिता, बहुत सारिया बरकतां भी दित्तियां। भैन कमल बैठी है इत्थे, कमल है, खुदा ने वेखो कितनियां बरकतां दित्तियां। हालेलुया। कल इन्ने खुश सीगे भी खुदा ने बरकतां की कोई कमी नहीं रहन दित्ती, और प्रभु का बहुत धन्यवाद है। मैं विश्वास करना इस संगति के अंदर प्रभु है। अगर जे तुसी अपना आप प्रभु नूं समर्पित कर दिओ, अपना सारा कुछ प्रभु नूं समर्पित कर दिओ, तो मैं विश्वास करता हूं कभी किसी चीज की कमी नहीं होगी। मैं एक दिन दस रहा सीगा कि मेरे कोले साइकिल दे चज नाल पैडल पाउण लई कोई पैसे नहीं हुंदे सीगे। इन्नी माड़ी हालत सी, एक बार पैडल टुट गया ते हफ्ता भर मैं लकड़ की किली ठोक के चलाया। हालात इदां दे सीगे, लेकिन जदों प्रभु यीशु मसीह विच आए, कमाई भी हुई, काम भी हुई, लेकिन प्रभु ने इन्नियां बरकतां दित्तियां। चंगियाई नहीं प्रभु बरकतां भी दिंदा है। आमीन। तो प्रभु तुहानूं बरकत दे। अज असीं प्रभु दे वचन चों की सब पढ़िया है।
ਸੰਤ ਮਤੀ ਦੀ ਇੰਜੀਲ ਉਹਦੇ 13ਵੇਂ ਅਧਿਆਇ ਚੋਂ ਕਿ ਪ੍ਰਭੂ ਯੀਸ਼ੂ ਮਸੀਹ ਜਦੋਂ ਇਸ ਧਰਤੀ ਦੇ ਉੱਤੇ ਲੋਕਾਂ ਨਾਲ ਗੱਲਾਂ ਕਰਦੇ ਸੀ ਤੇ ਉਹ ਦ੍ਰਿਸ਼ਟਾਂਤਾਂ ਵਿੱਚ, ਐਗਜ਼ੈਂਪਲਾਂ ਵਿੱਚ, ਮਿਸਾਲਾਂ ਵਿੱਚ ਗੱਲਾਂ ਕਰਦੇ ਸੀ। ਤਾਂ ਚੇਲਿਆਂ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਪੁੱਛਿਆ ਕਿ ਪ੍ਰਭੂ ਤੂੰ ਇਹਨਾਂ ਲੋਕਾਂ ਨਾਲ ਕਿਉਂ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹੈ? ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਜਿਹੜੇ ਦ੍ਰਿਸ਼ਟਾਂਤਾਂ ਵਿੱਚ, ਜਿਹੜੇ ਭੇਦਾਂ ਵਿੱਚ ਮੈਂ ਗੱਲਾਂ ਕਰਦਾ ਵਾਂ, ਇਹਨਾਂ ਭੇਦਾਂ ਦੀ ਸਮਝ ਕੇਵਲ ਤੁਹਾਨੂੰ ਦਿੱਤੀ ਗਈ ਆ, ਬਾਹਰ ਵਾਲੇ ਲੋਕਾਂ ਨੂੰ ਨਹੀਂ ਦਿੱਤੀ ਗਈ। ਪ੍ਰਭੂ ਬੜੀ ਬਰਕਤ ਦੇਵੇ। ਇਹ ਬਾਈਬਲ ਭੇਦਾਂ ਵਿੱਚ ਲਿਖੀ ਗਈ ਹੈ। ਇਹ ਬਾਈਬਲ ਜਿਹੜੀ ਆ ਇਹ ਭੇਦਾਂ ਵਿੱਚ ਲਿਖੀ ਗਈ। ਜਦੋਂ ਪ੍ਰਕਾਸ਼ ਦੀ ਪੋਥੀ ਤੁਸੀਂ ਪੜ੍ਹਦੇ ਹੋ, ਅੱਜ ਚੰਗੇ ਜਿਹੜੇ ਫਿਲਾਸਫਰ ਨੇ, ਪੜ੍ਹੇ ਲਿਖੇ ਨੇ, ਅੱਛੀਆਂ ਡਿਗਰੀਆਂ ਕੀਤੀਆਂ ਨੇ, ਜਿਨ੍ਹਾਂ ਨੇ ਕੋਈ 50-50 100 ਵਾਰ ਬਾਈਬਲ ਪੜ੍ਹੀ ਹੈ, ਪ੍ਰਕਾਸ਼ ਦੀ ਪੋਥੀ ਤੇ ਆ ਕੇ ਉਹ ਵੀ ਪਜ਼ਲ ਹੋ ਜਾਂਦੇ ਨੇ, ਹੈਰਾਨ ਹੋ ਜਾਂਦੇ ਨੇ। ਉਹਨਾਂ ਦੀ ਬੁੱਧੀ ਕਿਤੇ ਚਲੀ ਜਾਂਦੀ ਹੈ। ਕਿਉਂ? ਕਿਉਂਕਿ ਭੇਦਾਂ ਦੀ ਕਿਤਾਬ ਹੈ। ਬਾਕੀ ਜਿੰਨੇ ਵੀ ਸਾਰੇ ਯੁੱਗ ਸੀ ਉਹਨਾਂ ਵਿੱਚ ਇਹ ਭੇਦ ਨਹੀਂ ਖੁੱਲੇ। ਪਿਛਲੇ ਜਿੰਨੇ ਵੀ ਯੁੱਗ ਸੀ ਉਹਨਾਂ ਵਿੱਚ ਭੇਦ ਨਹੀਂ ਖੁੱਲੇ। ਨਾ ਅਫਸਸ ਦੇ ਯੁੱਗ ਵਿੱਚ ਭੇਦ ਖੁੱਲੇ, ਨਾ ਸਮੁਰਨੇ ਦੇ ਯੁੱਗ ਵਿੱਚ ਭੇਦ ਖੁੱਲੇ, ਨਾ ਪਰਗਮੂਮ, ਨਾ ਥੋਤੀਰੀਆ, ਨਾ ਸਾਰਦਿਸ, ਨਾ ਫਿਲਦਲਫੀਏ। ਆ ਯੁੱਗ ਆ ਜਿਹਦੇ ਵਿੱਚ ਭੇਦ ਖੁੱਲਣ ਦਾ ਬਾਈਬਲ ਵਿੱਚ ਵਾਅਦਾ ਸੀ। ਆਮੀਨ। ਬਾਈਬਲ ਵਿੱਚ ਵਾਅਦਾ ਸੀ ਕਿ ਆਖਰੀ ਯੁੱਗ ਦੇ ਅੰਦਰ, ਆਖਰੀ ਦਿਨਾਂ ਦੇ ਅੰਦਰ ਇਹ ਭੇਦ ਖੋਲੇ ਜਾਣਗੇ। ਆਮੀਨ। ਬਾਕੀ ਸਾਰੇ ਲਈ ਉਲਝਣ ਰਿਹਾ ਹੈ। ਬਾਈਬਲ ਦੀਆਂ ਬਹੁਤ ਸਾਰੀਆਂ ਗੱਲਾਂ ਉਲਝਣ ਵਿੱਚ ਨੇ, ਅੱਜ ਵੀ ਉਲਝਣ ਵਿੱਚ ਨੇ। ਇਹ ਤਾਂ ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਗਈ ਹੈ, ਉਹਨਾਂ ਦੇ ਉੱਤੇ ਇਹ ਭੇਦ ਖੁੱਲ ਗਏ ਨੇ। ਇਹ ਭੇਦ ਕੀ ਸੀ? ਸਾਡੇ ਯੁੱਗ ਦੇ ਸੇਵਕ ਨੇ ਕਿਹਾ, ਖੁਦਾ ਦੇ ਦਿਮਾਗ ਵਿੱਚ ਜਿਹੜੇ ਭੇਦ ਸੀਗੇ, ਉਹ ਗੁਪਤ ਭੇਦ ਉਹਨੇ ਆਪਣੇ ਦਿਮਾਗ ਵਿੱਚ ਰੱਖੇ ਹੋਏ ਸੀ। ਇਹ ਭੇਦ ਆਖਰੀ ਦਿਨਾਂ ਵਿੱਚ ਉਹਦੀ ਕਲੀਸਿਆ ਦੇ ਵਿੱਚ ਆ ਗਏ ਨੇ। ਉਹਦੀ ਮਤਲਬ ਦੇਹ ਦੇ ਅੰਦਰ ਆ ਗਏ ਨੇ। ਇਹ ਸਾਰੇ ਭੇਦ ਉਹਦੀ ਦੇਹ ਦੇ ਅੰਦਰ ਆ ਗਏ ਨੇ। ਕਿਵੇਂ ਪ੍ਰਗਟ ਕੀਤੇ ਉਹਨੇ ਇਹ ਭੇਦ? ਤਾਂ ਅੱਜ ਥੋੜਾ ਅਸੀਂ ਪ੍ਰਭੂ ਦੇ ਵਚਨਾਂ ਵਿੱਚੋਂ ਦੇਖਾਂਗੇ, ਕਿਉਂਕਿ ਇਹ ਸੇਵਕਾਈ ਸਿਰਫ ਚੰਗਿਆਈਆਂ ਪ੍ਰਚਾਰਨ ਦੀ ਨਹੀਂ ਹੈਗੀ। ਇਹ ਸੇਵਕਾਈ ਬਰਕਤਾਂ ਪ੍ਰਚਾਰਨ ਦੀ ਨਹੀਂ ਹੈਗੀ। ਬੇਸ਼ੱਕ ਦੂਜੇ ਚਰਚਾਂ ਵਿੱਚ ਉਹ ਬਰਕਤਾਂ ਪ੍ਰਚਾਰਦੇ ਆ ਔਰ ਇਹ ਕਹਿੰਦੇ ਆ ਵੀ ਤੁਸੀਂ ਪ੍ਰਭੂ ਕੋਲ ਆ ਜਾਓਗੇ ਬਰਕਤਾਂ ਮਿਲ ਜਾਣਗੀਆਂ। ਬਰਕਤਾਂ ਤੇ ਹੋਣੀਆਂ ਹੀ ਹੋਣੀਆਂ ਨੇ, ਕਿਉਂਕਿ ਬਰਕਤਾਂ ਦਾ ਵਾਅਦਾ ਜਿਹੜਾ ਆ ਪ੍ਰਭੂ ਨੇ ਕੀਤਾ ਹੈ। ਲੇਕਿਨ ਉਹਦੀ ਇੱਕ ਕੰਡੀਸ਼ਨ ਆ, ਉਹਦੀ ਸ਼ਰਤ ਆ ਬਰਕਤਾਂ ਦੀ। ਔਰ ਤੁਸੀਂ ਬੁਸ਼ਤਾ 28 ਦੇ 1 ਸ਼ਾਬਾਸ਼ ਪੜ੍ਹ ਸਕਦੇ ਹੋ। ਤਾਂ ਇਹ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਖੁਦਾ ਦੀ ਆਵਾਜ਼ ਮਨ ਲਾ ਕੇ ਸੁਣੋ। ਲਿਖਿਆ ਤਾਂ ਏਦਾਂ ਹੋਵੇਗਾ ਜੇ ਤੁਸੀਂ ਆਪਣੇ ਖੁਦਾ ਦੀ ਆਵਾਜ਼ ਕਿਦਾਂ ਬੋਲੋ, ਕਿਦਾਂ ਬਈ? ਮਨ ਲਾ ਕੇ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ। ਇੱਕ ਦੋ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋਗੇ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ। ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਵਾਂ। ਤਾਂ ਯਹੋਵਾ ਤੁਹਾਡਾ ਖੁਦਾ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਤਾਂ ਕੌਣ ਉੱਚਾ ਕਰੇਗਾ? ਤੁਹਾਡਾ ਯਹੋਵਾ ਖੁਦਾ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਲੋਕ ਦੁਆਵਾਂ ਕਰਾਉਂਦੇ ਆ ਪਰ ਪ੍ਰਭੂ ਦੇ ਵਚਨ ਨੂੰ ਰੀਝ ਚਾਹ ਨਾਲ ਪੂਰਾ ਨਹੀਂ ਕਰਦੇ। ਦੁਆਵਾਂ ਬਹੁਤ ਕਰਾਉਂਦੇ ਆ ਪਰ ਕੰਡੀਸ਼ਨ ਕੀ ਹੈ? ਸ਼ਰਤ ਕੀ ਹੈ ਵਚਨ ਦੀ? ਜੇ ਤੁਸੀਂ ਸਾਰੇ ਵਚਨ ਨੂੰ ਰੀਝ ਤੇ ਚਾਹ ਨਾਲ ਪੂਰਾ ਕਰੋਗੇ ਤੇ ਬਰਕਤਾਂ
खुदा ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੋਂ ਉੱਚਾ ਕਰੇਗਾ। ਪੜੋ, ਜੇ ਤੁਸੀਂ ਯਹੋਵਾ ਆਪਣੇ ਖੁਦਾ ਦੀ ਆਵਾਜ਼ ਸੁਣੋ ਜੇ ਉਹਦੀ ਆਵਾਜ਼ ਨੂੰ ਤੁਸੀਂ ਸੁਣੋਗੇ ਤਾਂ ਇਹ ਸਾਰੀਆਂ ਆਸ਼ੀਸ਼ਾਂ ਤੁਹਾਡੇ ਉੱਤੇ ਆਉਣਗੀਆਂ, ਤੇ ਫਿਰ ਇਹ ਸਾਰੀਆਂ ਆਸ਼ੀਸ਼ਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਹੁਣ ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਲੋਕ ਬਾਹਰ ਨੂੰ ਕਿਉਂ ਦੌੜਦੇ ਆ? ਲੋਕ ਬਾਹਰ ਨੂੰ ਕਿਉਂ ਦੌੜਦੇ ਆ? ਚਲੋ ਕੈਨੇਡਾ, ਚਲੋ ਅਮਰੀਕਾ, ਚਲੋ ਇੰਗਲੈਂਡ। ਸਾਡੇ ਪੈਸੇ ਨਾਲ ਉਹਨਾਂ ਦੀ ਕੀਮਤ ਕਿਤੇ ਜ਼ਿਆਦਾ ਹੈ। ਸਾਡਾ 1 ਰੁਪਈਆ ਹੈ, ਉਹਨਾਂ ਦਾ $1 50, 55, 60 ਰੁਪਏ ਦਾ ਹੈ। ਜੇ ਤੁਸੀਂ ਚਲੇ ਜਾਓ ਇੰਗਲੈਂਡ ਦੇ ਅੰਦਰ, ਉਹਨਾਂ ਦਾ 1 ਪਾਉਂਡ 85 ਜਾਂ 90, ਕਦੀ ਕਦੀ 100 ਦਾ ਵੀ ਹੋ ਜਾਂਦਾ ਹੈ। ਉਹਨਾਂ ਦਾ 1 ਰੁਪਈਆ, ਸਾਡਾ 100 ਰੁਪਈਆ ਜਾਂ 95 ਰੁਪਏ। ਕਿਉਂ? ਕਿਉਂਕਿ ਕਦੀ ਉਹਨਾਂ ਨੇ ਬਾਈਬਲ ਕਬੂਲ ਕੀਤੀ ਸੀ, ਕਦੀ ਇਹ ਬਾਈਬਲ ਉਹਨਾਂ ਵਿੱਚ ਗਈ, ਇਹ ਬਾਈਬਲ ਦਾ ਪ੍ਰਚਾਰ ਉਹਨਾਂ ਵਿੱਚ ਹੋਇਆ, ਔਰ ਇਹ ਬਾਈਬਲ ਨੂੰ ਉਹਨਾਂ ਨੇ ਕਬੂਲ ਕੀਤਾ, ਇਹ ਸੱਚਾਈ ਨੂੰ ਉਹਨਾਂ ਨੇ ਗ੍ਰਹਿਣ ਕੀਤਾ, ਇਹਦੇ ਉੱਤੇ ਉਹਨਾਂ ਵਿਸ਼ਵਾਸ ਕੀਤਾ। ਅੱਜ ਬਰਕਤਾਂ ਦਾ ਕਾਰਨ ਉਧਰ ਇਹ ਆ। ਆਮੀਨ। ਅੱਜ ਬਰਕਤਾਂ ਦਾ ਕਾਰਨ ਉਧਰ ਇਹ ਆ। तो खुदा ਤੁਹਾਨੂੰ ਬਰਕਤ ਦੇ। ਖੈਰ ਹੁਣ ਉਹ ਵਚਨ ਤੋਂ ਲਾਂਭੇ ਹੋ ਚੁੱਕੇ ਨੇ। ਹੌਲੀ ਹੌਲੀ ਵਚਨ ਚੱਲਦਿਆਂ ਚੱਲਦਿਆਂ ਤੁਹਾਡੇ ਮੇਰੇ ਤੱਕ ਪਹੁੰਚ ਚੁੱਕਾ ਹੈ। ਕਿਉਂਕਿ ਬਾਈਬਲ ਦੱਸਦੀ ਹੈ ਸੂਰਜ ਪੂਰਬ ਤੋਂ ਚੜ੍ਹਦਾ ਹੈ ਤੇ ਪੱਛਮ ਵਿੱਚ ਦੀ ਹੁੰਦਾ ਹੋਇਆ ਫੇਰ ਵਾਪਸ ਪੂਰਬ ਵਿੱਚ ਚਲਾ ਜਾਂਦਾ ਹੈ। ਖੁਸ਼ਖਬਰੀ ਇਜ਼ਰਾਈਲ ਪੂਰਬ ਤੋਂ ਸ਼ੁਰੂ ਹੋਈ, ਜੋ ਕਿ ਪੂਰਬ ਵਿੱਚ ਪੈਂਦਾ ਹੈ। ਸਾਰੀ ਦੁਨੀਆ ਵਿੱਚ ਘੁੰਮਦੇ ਕਈ ਖੁਸ਼ਖਬਰੀ ਹੈ। ਬਾਈਬਲ ਫੇਰ ਕਿੱਥੇ ਜਾ ਰਹੀ ਹੈ? ਫੇਰ ਦੁਬਾਰਾ ਉੱਥੇ ਜਾ ਰਹੀ ਹੈ, ਸੱਚਾਈ ਉੱਥੇ ਜਾ ਰਹੀ ਹੈ। ਸੋ ਬਰਕਤਾਂ ਦਾ ਕਾਰਨ, ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬਿਮਾਰੀਆਂ ਤੋਂ ਛੁਟਕਾਰੇ ਦਾ ਕਾਰਨ ਉਹ ਵੀ ਬਾਈਬਲ ਵਿੱਚ ਆ। ਆਓ ਮੇਰਾ ਕੂਚ 15 ਦੇ ਉਹਦੀ 26 ਆਇਤ ਨੂੰ ਪੜੋ। ਬਰਕਤਾਂ ਕਿਵੇਂ ਮਿਲ ਸਕਦੀਆਂ ਨੇ ਬਾਈਬਲ ਨੇ ਦੱਸਿਆ ਆ। ਬਿਮਾਰੀਆਂ ਤੋਂ ਚੰਗਾਈ ਕਿਵੇਂ ਮਿਲ ਸਕਦੀ ਆ, ਇਹ ਬਾਈਬਲ ਨੇ ਦੱਸਿਆ। ਬਾਈਬਲ ਦੀ ਦੂਸਰੀ ਕਿਤਾਬ ਕੂਚ 15 ਦੇ ਉਹਦੀ 26 ਆਇਤ ਪੜੋ। ਔਰ ਉਸਨੇ ਆਖਿਆ, ਉਹਨੇ ਉਹਨਾਂ ਨੂੰ ਕਿਹਾ, ਜੇ ਤੁਸੀਂ ਰੀਝ ਨਾਲ ਯਹੋਵਾ ਆਪਣੇ ਖੁਦਾ ਦੀ ਆਵਾਜ਼ ਸੁਣੋਗੇ, ਜੇ ਤੁਸੀਂ ਰੀਝ ਨਾਲ ਕੀ ਸੁਣੋਗੇ? ਉਹਦੀ ਆਵਾਜ਼। ਅੱਛਾ, ਆਵਾਜ਼ ਵੇਖੋ ਲੋਕ ਕਿੱਦਾਂ ਸੁਣਦੇ ਨੇ। ਇੱਥੇ ਆ ਕੇ ਸੁੱਤੇ ਰਹਿੰਦੇ ਆਰਾਮ ਨਾਲ, ਵਾਜਾ ਮਾਰ ਮਾਰ ਕੇ ਠੋਣਾ ਪੈਂਦਾ। ਕਾਹਦੇ ਨਹੀਂ ਆਏ ਹੋ ਇੱਥੇ? ਇੱਥੇ ਤਾਂ ਤੁਸੀਂ ਆਵਾਜ਼ ਸੁਣਨ ਲਈ ਆਏ ਹੋ। ਲੋਕ ਆ ਕੇ ਆਰਾਮ ਨਾਲ ਸੌ ਰਹਿੰਦੇ ਆ। ਲਿਖਿਆ, ਜੇ ਤੁਸੀਂ ਉਹਦੀ ਆਵਾਜ਼ ਨੂੰ ਕਿਵੇਂ ਰੀਝ ਨਾਲ ਸੁਣੋਗੇ ਤਾਂ। ਜਦੋਂ ਕਿਸੇ ਚੀਜ਼ ਦੀ ਰੀਝ ਹੁੰਦੀ ਆ ਨਾ, ਤੇ ਮਹੀਨਾ ਪਹਿਲਾਂ ਹੀ ਲੰਗੜਾਂ ਲਾਈਆਂ ਹੁੰਦੀਆਂ ਨੇ, ਕਿਸੇ ਵਿਆਹ ਹੋਵੇ ਤਾਂ ਵੀ ਰੀਝ ਬੜੀ ਹੈ, ਮੈਨੂੰ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਅਫਸੋਸ ਆ ਮੈਨੂੰ ਇੱਥੇ ਆ ਕੇ ਵੀ ਨੀਂਦਰ ਦੇ ਝੂਠੇ ਲੈਂਦੇ ਰਹਿਣਾ। ਕਈਆਂ ਨੂੰ ਆਵਾਜ਼ਾਂ ਮਾਰ ਮਾਰ ਕੇ ਉਠਾਈਦਾ। ਸਾਡੇ ਭਾਈ ਬੰਦਰ ਹੈਗੇ ਨੇ ਇੱਥੇ, ਹਰ ਵਾਰੀ ਉਹਨਾਂ ਨੂੰ ਉਠਾਉਣਾ ਪੈਂਦਾ, ਹਰ ਵਾਰੀ। ਪ੍ਰਭੂ ਤੁਹਾਨੂੰ ਬਰਕਤ ਦੇ। ਸੁਣੋ ਧਿਆਨ ਨਾਲ, ਜੇ ਤੁਸੀਂ ਰੀਝ ਨਾਲ ਯਹੋਵਾ ਆਪਣੇ ਯਹੋਵਾ ਖੁਦਾ ਦੀ ਆਵਾਜ਼ ਸੁਣੋਗੇ, ਔਰ ਜਿਹੜਾ ਉਸਦੀਆਂ ਅੱਖਾਂ ਵਿੱਚ ਭਲਾ ਹੈ, ਜਿਹੜਾ ਕੁਝ ਉਹਦੀਆਂ ਅੱਖਾਂ ਵਿੱਚ ਭਲਾ ਕਰਨ ਵਾਲਾ ਕੰਮ ਹੈ ਉਹ ਕਰੋਗੇ, ਤੁਸੀਂ ਉਹ ਕਰੋਗੇ, ਔਰ ਉਸ ਦੇ ਹੁਕਮਾਂ ਉੱਤੇ ਕੰਨ ਲਾਓਗੇ, ਉਹਦੇ ਹੁਕਮਾਂ ਉੱਤੇ ਕੰਨ ਲਾਓਗੇ, ਔਰ ਉਹਦੀਆਂ ਸਾਰੀਆਂ ਵਿਧੀਆਂ ਨੂੰ ਮੰਨੋਗੇ, ਤੇ ਉਹਦੀਆਂ ਸਾਰੀਆਂ ਵਿਧੀਆਂ ਯਾਨੀ ਉਹਦੇ ਵਚਨਾਂ ਨੂੰ ਮੰਨੋਗੇ, ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ, ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ, ਤੁਹਾਡੇ ਉੱਤੇ ਨਹੀਂ ਉਹ ਪਾਵਾਂਗਾ। ਬਿਮਾਰੀਆਂ ਮੈਂ ਤੁਹਾਡੇ ਉੱਤੇ ਨਹੀਂ ਪਾਵਾਂਗਾ, ਕਿਉਂ ਜੋ ਮੈਂ ਯਹੋਵਾ ਤੁਹਾਨੂੰ ਨਿਰੋਇਆ ਕਰਨ ਵਾਲਾ ਹਾਂ। ਸਾਡਾ ਪ੍ਰਭੂ, ਸਾਡਾ ਪ੍ਰਭੂ ਕੀ ਕਰਨ ਵਾਲਾ ਭਲਾ? ਉਹ ਨਿਰੋਇਆ ਕਰਨ ਵਾਲਾ ਪ੍ਰਭੂ। ਇਸ ਕਰਕੇ ਤੁਹਾਨੂੰ ਪਹਿਲਾਂ ਤਾਂ ਬੰਦਗੀ ਵਿੱਚ ਚੌਕਸੀ ਨਾਲ ਹੋਣਾ ਚਾਹੀਦਾ। ਉਪਦੇਸ਼ਕ 5 ਦੇ ਉਹਦੀ ਪਹਿਲੀ ਆਇਤ ਵਿੱਚ ਲਿਖਿਆ ਆ, ਜਦੋਂ ਤੂੰ ਖੁਦਾ ਦੇ ਘਰ ਵਿੱਚ ਆਵੇਂ ਤਾਂ ਪੈਰ ਚੌਕਸੀ ਨਾਲ ਰੱਖ।
क्योंकि ये जगह तुहाडे सौन दी नहीं है, ये जगह पिकनिक दी नहीं है, ये जगह एक दूजे नाल सलाह करन दी नहीं है, ये जगह दे उत्ते आके एक दूजे नाल गलबात करन दी नहीं। इत्थे खामोशी नाल आओ ते जो करना आके वो प्रार्थना करो जा प्रभु दा वचन पढ़ो, बस ऐसे इसलिए होना है। और पूरी चौकसी नाल आओ, आके बैठ के फिर तुसीं इहदे तो बरकत पा के जाओगे। ਤਾਂ ਨਹੀਂ ਇਹ ਸੰਗਤੀ ਤੁਹਾਡੇ ਲਈ ਮੈਂ ਤੁਹਾਨੂੰ ਦੱਸਦਾ ਵਾਂ, ਮੈਂ ਹਕੀਕਤ ਦੱਸਦਾ ਵਾਂ। ਕਈਆਂ ਵਿੱਚੋਂ ਇੱਥੇ ਬਦਲੂਆਂ ਕੱਢੀਆਂ ਤੋਂ ਕਿਸੇ ਹੋਰ ਚ ਵੜ ਗਈਆਂ, ਕਿਸੇ ਹੋਰ ਚ ਜਾ ਵੜੀਆਂ, ਕਿਉਂਕਿ ਉਹਨੂੰ ਖਾਲੀ ਜਗ੍ਹਾ ਚਾਹੀਦੀ ਹੈ। ਦੁਸ਼ਟ ਆਤਮਾ ਨੂੰ ਕੋਈ ਨਾ ਕੋਈ ਜਗ੍ਹਾ ਚਾਹੀਦੀ ਹੈ। ਦੁਸ਼ਟ ਆਤਮੇ ਲੱਭਦੇ ਆ। ਮੈਨੂੰ ਯਾਦ ਹੈ ਮੈਂ ਕਿਸੇ ਦੇ ਵਿੱਚੋਂ ਕੱਢ ਰਿਹਾ ਸੀਗਾ ਆਪਣੇ ਆਪ ਨੂੰ, ਉਹ ਪੀਰ ਹੀ ਕਹਿੰਦੇ, ਮੈਨੂੰ ਕਹਿੰਦਾ ਮੈਂ ਕਿੱਥੇ ਜਾਵਾਂ। ਮੈਂ ਕਿਹਾ ਮੈਂ ਕਿਹੜਾ ਇੱਥੇ ਕੋਈ ਮਤਲਬ ਕਿ ਉਹ ਆਸ਼ਰਮ ਖੋਲਿਆ ਵੀ ਜਿੱਥੇ ਮੈਂ ਬਦੂਆ ਰੱਖਦਾ ਵਾਂ, ਜਦੋਂ ਮੈਂ ਉੱਥੇ ਵਾਪਸ ਚਲਾ ਗਿਆ, ਕਹਿੰਦਾ ਉੱਥੇ ਚਲ ਜਾਵਾਂ ਵਾਪਸ। ਤਾਂ ਪਤਾ ਲੱਗਾ ਉਹਨਾਂ ਨੇ ਤੇ ਜਾਦੂ ਕਰਕੇ ਘੱਲਿਆ ਸੀ ਇਹਦੇ ਵਿੱਚ। ਪ੍ਰਭੂ ਤੁਹਾਨੂੰ ਬਰਕਤ ਦੇ। ਦੁਸ਼ਟ ਆਤਮੇ ਬਿਮਾਰੀਆਂ ਜਦੋਂ ਇੱਥੋਂ ਲੋਕਾਂ ਚੋਂ ਨਿਕਲਦੀਆਂ ਨੇ, ਬਿਮਾਰੀ ਜ਼ਰੂਰੀ ਨਹੀਂ ਹੱਥ ਰੱਖਣ ਨਾਲ ਨਿਕਲਦੀ ਹੈ। ਜਦੋਂ ਤੁਸੀਂ ਰੀਝ ਚਾਹ ਨਾਲ ਵਚਨ ਸੁਣਦੇ ਹੋ, ਤੁਹਾਡੀਆਂ ਬਦੂਆਂ ਨਿਕਲਦੀਆਂ ਨੇ, ਤੁਹਾਡੇ ਤੋਂ ਬਿਮਾਰੀਆਂ ਨਿਕਲਦੀਆਂ ਨੇ, ਤੁਹਾਡੇ ਤੋਂ ਦੁਸ਼ਟ ਆਤਮੇ ਨਿਕਲਦੇ ਨੇ। ਉਹ ਫਿਰ ਵੜਦੇ ਕਿਹਨਾਂ ਚ ਨੇ? ਜਿਨ੍ਹਾਂ ਦਾ ਵਚਨ ਵਾਲੇ ਧਿਆਨ ਨਹੀਂ, ਜਿਹੜੇ ਬੈਠੇ ਇੱਕ ਦੂਜੇ ਨਾਲ ਗੱਲਾਂ ਚੋਲ ਮੋਲ ਕਰਦੇ ਰਹਿੰਦੇ, ਜਿਨ੍ਹਾਂ ਦਾ ਬਿਲਕੁਲ ਧਿਆਨ ਨਹੀਂ ਹੁੰਦਾ ਜਾਂ ਸੌਣ ਦੇ ਧਿਆਨ ਹੁੰਦਾ। ਕੁਝ ਅੱਗੇ ਹੁੰਦੀਆਂ ਨੇ, ਕੁਝ ਹੋਰ ਵੱਧ ਜਾਂਦੀਆਂ ਨੇ, ਮੁੜ ਕੇ ਉਹ ਨਹੀਂ ਉੱਠ ਪਾਉਂਦੇ ਬੰਦੇ। ਭਾਵੇਂ ਲਾ ਲਾ ਕੇ ਠਾਈ ਜੋ ਹਾਲ ਉਹਨਾਂ ਦਾ ਫਿਰ ਹੀ ਰਹਿੰਦਾ। ਕਾਰਨ ਕਿ ਕੋਈ ਵੱਧ ਚੁੱਕੀਆਂ ਨੇ ਕੋਈ ਨਾ ਕੋਈ ਚੀਜ਼ਾਂ। ਇਸ ਕਰਕੇ ਵਚਨ ਸੁਣਨ ਨਾਲ ਦੁਸ਼ਟ ਆਤਮੇ ਨਿਕਲਦੇ। ਆਮੀਨ। ਵਚਨ ਸੁਣਦਿਆਂ ਲੋਕ ਚੰਗੇ ਹੋ ਜਾਂਦੇ ਨੇ, ਬਿਮਾਰੀਆਂ ਛੱਡ ਕੇ ਚਲੇ ਜਾਂਦੀਆਂ ਨੇ। ਖੁਦਾ ਤੁਹਾਨੂੰ ਬਰਕਤ ਦੇ। ਇਹ ਭੇਤ ਜਿਹੜੇ ਸੀਗੇ, ਜਿਹੜੇ ਗੁਪਤ ਭੇਤ ਖੁਦਾ ਨੇ ਰੱਖੇ ਸੀ, ਉਹਨਾਂ ਭੇਦਾਂ ਨੂੰ ਖੋਲਣ ਦੇ ਲਈ ਆਖਰੀ ਦਿਨਾਂ ਵਿੱਚ ਇਹ ਆਵਾਜ਼ ਸੀ। ਸਗੋਂ ਸਤਵਾਂ ਦੂਤ ਪ੍ਰਕਾਸ਼ ਦੀ ਪੋਥੀ ਦੱਸਦੇ ਆਏ ਉਹਦੀ 7 ਐਤ, ਸਗੋਂ ਸਤਵਾਂ ਦੂਤ ਆਏਗਾ। ਪੜ੍ਹ ਦਿਓ। ਸਭ 10ਵੇਂ ਦੀ 7ਵੀਂ, ਸਗੋਂ 7ਵੇਂ ਦੂਤ ਦੀ ਆਵਾਜ਼ ਦੇ ਦਿਨੀ, ਸਗੋਂ 7ਵੇਂ ਦੂਤ ਦੀ ਆਵਾਜ਼ ਦੇ ਦਿਨਾਂ ਵਿੱਚ ਜਾਂ ਤੁਰੀ ਵਜਾਵੇਗਾ, ਜਦੋਂ ਤੁਰੀ ਵਜਾਵੇਗਾ ਤਾਂ ਖੁਦਾ ਦਾ ਭੇਤ ਸੰਪੂਰਨ ਤੇ ਹੋਵੇਗਾ। ਖੁਦਾ ਦਾ ਭੇਤ ਕੀ ਹੋਵੇਗਾ? ਸੰਪੂਰਨ ਹੋਵੇਗਾ। ਜਿਵੇਂ ਉਹਨੇ ਆਪਣੇ ਦਾਸਾਂ ਅਰਥਾਤ ਨਬੀਆਂ ਨੂੰ ਇਹਦੀ ਖੁਸ਼ਖਬਰੀ ਦਿੱਤੀ ਸੀ। ਜਿਵੇਂ ਉਹਨੇ ਆਪਣੇ ਦਾਸਾਂ ਨੂੰ, ਆਪਣੀਆਂ ਨਬੀਆਂ ਨੂੰ ਇਹਦੀ ਕੀ ਦਿੱਤੀ? ਪਹਿਲੋਂ ਤੋਂ ਹੀ ਖੁਸ਼ਖਬਰੀ ਦਿੱਤੀ ਸੀ। ਉਹ ਭੇਤ 7ਵਾਂ ਦੂਤ ਆਏਗਾ ਤੇ ਉਹ 7ਵਾਂ ਦੂਤ ਭੇਤ ਪ੍ਰਗਟ ਕਰੇਗਾ। ਆਮੀਨ। ਇਹ ਭੇਤਾਂ ਦੀ ਸੇਵਕਾਈ ਆ। ਜਿਨ੍ਹਾਂ ਕੋਲੇ ਭੇਤ ਨੇ, ਜਿਹੜੇ ਇਸ ਭੇਤਾਂ ਦੀ ਸੇਵਕਾਈ 'ਚ ਨੇ, ਉਹਨਾਂ ਨੇ ਇੱਕ ਦਿਨ ਅਚਾਨਕ ਧਰਤੀ ਤੋਂ ਗਾਇਬ ਹੋ ਜਾਣਾ ਹੈ। ਉਹਨਾਂ ਧਰਤੀ ਤੋਂ ਗਾਇਬ ਹੋ ਜਾਣਾ ਆ। ਕਿਉਂਕਿ ਜਦੋਂ ਤੁਸੀਂ ਬਾਈਬਲ ਚੱਕ ਕੇ ਵੇਖੋਗੇ ਤਾਂ ਉਤਪਤ 5 ਅਧਿਆਇ ਵਿੱਚ ਲਿਖਿਆ ਬੜੀ ਸਫਾਈ ਦੇ ਨਾਲ, ਹਨੋਕ ਪ੍ਰਭੂ ਦੇ ਨਾਲ ਚੱਲਦਾ ਸੀ। ਚੱਲਦਿਆਂ ਇਸ ਤੋਂ ਪਹਿਲਾਂ ਕਿ ਧਰਤੀ ਉੱਤੇ ਕੋਈ ਮੁਸੀਬਤ ਆਵੇ, ਪ੍ਰਭੂ ਨੂੰ ਪਤਾ ਕਿ ਮੇਰੇ ਬੱਚੇ ਇੱਥੇ ਨੇ, ਮੇਰੇ ਲੋਕ ਇੱਥੇ ਨੇ, ਮੇਰਾ ਹਿੱਸਾ ਇੱਥੇ ਆ। ਆਮੀਨ। ਮੁਸੀਬਤ ਆਉਣ ਤੋਂ ਪਹਿਲਾਂ ਹਨੋਕ ਦੇ ਸਮੇਂ ਕੀ ਮੁਸੀਬਤ ਆਉਣ ਵਾਲੀ ਸੀ? ਜਲ ਪਰਲੋ। ਨੂਹ ਦੇ ਦਿਨਾਂ ਵਾਲੀ ਜਲ ਪਰਲੋ ਆਉਣ ਵਾਲੀ ਸੀ।
ਜਿਹਦੇ ਵਿੱਚ ਸਿਰਫ ਕੇਵਲ ਐਡੇ ਵੱਡੇ ਸੰਸਾਰ ਚੋਂ 8 ਜਣੇ ਬਚੇ। ਬਾਈਬਲ 'ਚ ਲਿਖਿਆ ਹੈ, ਪੜ੍ਹੋ ਥੋੜਾ। ਹਨੂਕ ਖੁਦਾ ਦੇ ਨਾਲ ਚੱਲਦਾ ਚੱਲਦਾ, ਪੜ੍ਹੋ ਕਿ 21 ਤੋਂ ਪੜ੍ਹ ਕੇ 21 ਤੋਂ। ਹਨੋਕ 65 ਵਰਿਆਂ ਦਾ ਸੀ। ਹਨੋਕ 365 ਲਿਖਿਆ, ਪੜ੍ਹੋ। ਹਨੋਕ 365 ਵਰਿਆਂ ਦਾ ਸੀ 365 ਵਰਿਆਂ ਦਾ ਸੀਗਾ ਤਾਂ ਉਸ ਤੋਂ ਮਥੂਸਲੇ ਜੰਮਿਆ, ਉਹਦੇ ਤੋਂ ਮਥੂਸਲਾ ਜੰਮਿਆ। ਅਤੇ ਮਥੂਸਲੇ ਦੇ ਜੰਮਣ ਦੇ ਪਿੱਛੋਂ ਹਨੋਕ 300 ਵਰਿਆਂ ਦੀ ਖੁਦਾ ਦੇ ਸੰਗ ਚੱਲਦਾ ਰਿਹਾ, ਖੁਦਾ ਦੇ ਨਾਲ ਨਾਲ ਚੱਲਦਾ ਰਿਹਾ, ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਉਹਦੇ ਘਰ ਬੱਚੇ ਪੈਦਾ ਹੋਏ। ਹਨੋਕ ਦੀ ਸਾਰੀ ਉਮਰ 365 ਵਰਿਆਂ ਦੀ ਸਾਰੀ ਸੀ। ਉਮਰ ਉਹਦੀ 365 ਸਾਲਾਂ ਦੀ ਸੀਗੀ। ਹਨੋਕ ਖੁਦਾ ਦੇ ਸੰਗ ਚੱਲਦਾ ਚੱਲਦਾ ਅਲੋਪ ਹੋ ਗਿਆ। ਬਾਕੀ ਪਰਿਵਾਰ ਨਹੀਂ, ਯੈਸ, ਕੇਵਲ ਹਨੋਕ ਲਿਖਿਆ ਖੁਦਾ ਦੇ ਨਾਲ ਚੱਲਦਾ ਚੱਲਦਾ ਕੀ ਹੋ ਗਿਆ? ਅਲੋਪ। ਤੁਹਾਨੂੰ ਪਤਾ ਇਹ ਵੀ ਸੰਗਤੀ ਜਿਹੜੀ ਆ, ਇਹਨਾਂ ਵਿੱਚੋਂ ਮੈਂ ਨਹੀਂ ਕਹਿੰਦਾ ਸਾਰੇ, ਮੈਂ ਅੱਧੇ ਵੀ ਨਹੀਂ ਕਹਿੰਦਾ, ਮੈਂ ਇੱਥੋਂ ਕੋਈ ਵੀ ਨਹੀਂ ਕਹਿੰਦਾ ਵੀ ਕੋਈ ਵੀ ਨਹੀਂ ਜਾਏਗਾ, ਪਰ ਇਹਨਾਂ ਵਿੱਚੋਂ ਕੁਝ ਲੋਕ ਜਿਹੜੇ ਪ੍ਰਭੂ ਦੇ ਨਾਲ ਸਹੀ ਚੱਲਦੇ ਆ, ਉਹਨਾਂ ਨੇ ਅਲੋਪ ਹੋ ਜਾਣਾ ਹੈ। ਉਹਨਾਂ ਨੇ ਅਲੋਪ ਹੋ ਜਾਣਾ ਹੈ। ਇਹ ਮੈਂ ਨਹੀਂ ਕਹਿੰਦਾ, ਇਹ ਬਾਈਬਲ ਦੀਆਂ ਲਿਖਤਾਂ ਕਹਿੰਦੀਆਂ ਨੇ। ਆਮੀਨ। ਕਿਉਂਕਿ ਇੱਕ ਵੱਡੀ ਤਬਾਹੀ ਆਉਣ ਵਾਲੀ ਸੀ ਤੇ ਨੂਹ ਅਜੇ ਧਰਤੀ ਦੇ ਉੱਤੇ ਆਉਣਾ ਸੀ ਨੂਹ ਨੇ, ਲੇਕਿਨ ਉਹਨੂੰ ਪਤਾ ਸੀ ਇੱਕ ਤਬਾਹੀ ਆਉਣ ਵਾਲੀ ਹੈ, ਔਰ ਨੂਹ ਆਏਗਾ, ਉਹਦਾ ਪ੍ਰਚਾਰ ਕਰੇਗਾ, ਔਰ ਉਸ ਤਬਾਹੀ ਦੇ ਆਉਣ ਤੋਂ ਪਹਿਲੋਂ ਖੁਦਾ ਨੇ ਆਪਣੇ ਪ੍ਰੇਮੀ ਨੂੰ ਉੱਪਰ ਉਠਾ ਲਿਆ। ਜਦੋਂ ਤੁਸੀਂ ਯਹੂਦਾ ਦੀ ਪੱਤਰੀ ਪੜ੍ਹਦੇ ਹੋ ਤੇ ਉਹਦੇ ਵਿੱਚ ਸਫਾਈ ਦੇ ਨਾਲ ਲਿਖਿਆ ਆ, ਹਨੂਕ ਆਦਮ ਤੋਂ 7ਵੀਂ ਪੀੜ੍ਹੀ ਦਾ ਸੀ, ਤੇ ਹਨੂਕ ਖੁਦਾ ਦੇ ਨਾਲ ਚੱਲਦਾ ਚੱਲਦਾ ਖੁਦਾ ਕੋਲ ਚਲੇ ਗਿਆ। ਖੁਦਾ ਨੇ ਉਹਨੂੰ ਉੱਪਰ ਲੈ ਲਿਆ, ਮਰ ਕੇ ਨਹੀਂ, ਜਿੰਦਾ ਅਸਮਾਨ ਤੇ ਚਲੇ ਗਿਆ। ਇਹ 7ਵੇਂ ਯੁੱਗ ਦੇ ਲਈ ਇਸ ਬਾਈਬਲ ਦੀ ਭਵਿੱਖਬਾਣੀ ਹੈ ਕਿ ਕੁਝ ਲੋਕ ਜਿੰਦਾ ਜਾਣ ਵਾਲੇ ਨੇ। ਇਹ ਗੱਲਾਂ ਵਿਸ਼ਵਾਸ ਵਿੱਚ ਆਉਣ ਵਾਲੀਆਂ ਨਹੀਂ ਗੀਆਂ, ਪਰ ਬਾਈਬਲ ਵਿੱਚ ਲਿਖੀਆਂ ਨੇ, ਔਰ ਅਸੀਂ ਇਸ ਕਰਕੇ ਵਿਸ਼ਵਾਸ ਕਰਦੇ ਕਿਉਂਕਿ ਪਹਿਲੋਂ ਵੀ ਪੂਰਾ ਹੋਇਆ। ਫਿਰ ਏਲੀਆ ਖੁਦਾ ਦੇ ਨਾਲ ਚੱਲਦਾ ਚੱਲਦਾ ਅਲੀਸ਼ਾ ਦੀ ਅੱਖਾਂ ਦੇ ਸਾਹਮਣੇ ਉੱਪਰ ਚਲੇ ਗਿਆ। ਆਮੀਨ। ਅਲੀਸ਼ਾ ਨੂੰ ਹਲੇ ਏਲੀਆ ਉਹਨੂੰ ਰੋਕਦਾ ਰਿਹਾ, ਤੂੰ ਇੱਥੇ ਰੁਕ ਜਾ, ਕਹਿੰਦਾ ਮੈਂ ਨਹੀਂ ਰੁਕਣਾ। ਥੋੜਾ ਅੱਗੇ ਗਿਆ, ਕਹਿੰਦਾ ਇੱਥੇ ਹੀ ਰੁਕ ਜਾ, ਕਹਿੰਦਾ ਮੈਂ ਨਹੀਂ ਰੁਕਣਾ। ਥੋੜਾ ਅੱਗੇ ਗਿਆ, ਕਹਿੰਦਾ ਇੱਥੇ ਰੁਕ ਜਾ, ਕਹਿੰਦਾ ਮੈਂ ਨਹੀਂ ਰੁਕਣਾ। ਉਹਨੇ ਕਿਹਾ ਚੱਲ ਫਿਰ। ਜਦੋਂ ਲਾਸਟ ਵਿੱਚ ਪਹੁੰਚੇ, ਕਹਿੰਦਾ ਹੁਣ ਦੱਸ ਮੈਂ ਤੇਰੇ ਲਈ ਕੀ ਕਰਾਂ। ਉਹਨੇ ਕਿਹਾ ਬਸ ਤੂੰ ਹੁਣ ਮੈਨੂੰ ਪਤਾ ਜਾਣ ਵਾਲਾ ਹੈ, ਪਰ ਜਿਹੜਾ ਤੇਰੇ ਉੱਤੇ ਮਸਾ ਹੈ, ਜਿਹੜਾ ਤੇਰੇ ਉੱਤੇ ਆਤਮਾ ਹੈ, ਇਹਦਾ ਵੀ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ। ਇਹਦਾ ਵੀ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ। ਉਹਨੇ ਕਿਹਾ ਗੱਲ ਤਾਂ ਤੂੰ ਔਖੀ ਕੀਤੀ ਆ, ਪਰ ਜੇ ਮੈਨੂੰ ਜਾਂਦਿਆਂ ਵੇਖ ਲਵੇਂ ਤੇ ਇਹ ਤੈਨੂੰ ਮਿਲ ਜਾਵੇ। ਕਿਹਾ ਅੱਗ ਦਾ ਇੱਕ ਰੱਥ ਆਇਆ ਉੱਪਰੋਂ, ਉਹਨੂੰ ਏਲੀਆ ਨੂੰ ਉਹਦੇ ਵਿੱਚ ਬਿਠਾਇਆ, ਉਹਨੇ ਉਹਦੀ ਅੱਖਾਂ ਦੇ ਸਾਹਮਣੇ ਜਦੋਂ ਉਹ ਉਠਾਇਆ ਜਾ ਰਿਹਾ ਸੀ, ਉਹਦੀ ਚਾਦਰ ਡਿੱਗ ਗਈ। ਉਹ ਚਾਦਰ ਅਲੀਸ਼ਾ ਦੇ ਕੋਲੇ ਆ ਗਈ। ਅਲੀਸ਼ਾ ਨੇ ਫੇਰ ਬਾਈਬਲ ਕਹਿੰਦੀ ਮਾਰਿਆ ਉਹਨੂੰ ਪਾਣੀ ਦੇ ਵਿੱਚ, ਤੇ ਪਾਣੀ 2 ਹਿੱਸੇ ਹੋ ਗਿਆ, ਔਰ ਉਹ ਯਰਦਨ ਵਿੱਚ ਦੀ ਸੁੱਕੀ ਯਰਦਨ ਵਿੱਚ ਦੀ ਲੰਘ ਗਿਆ। ਤਾਂ ਪ੍ਰਭੂ ਤੁਹਾਨੂੰ ਬਰਕਤ ਦੇ। ਏਲੀਆ ਦਾ ਉਠਾਏ ਜਾਣਾ, ਹਨੋਕ ਦਾ ਉਠਾਏ ਜਾਣਾ, ਫਿਰ ਸਾਡੇ ਪ੍ਰਭੂ ਯਿਸੂ ਮਸੀਹ ਦਾ ਉਠਾਏ ਜਾਣਾ, ਜਿੰਦਾ ਉਠਾਏ ਜਾਣਾ। ਹੁਣ ਆ ਤੁਹਾਡਾ ਮੇਰਾ ਨੰਬਰ।
सब चीज़ां पैसे नाल मिलदियां। इत्थे जहर भी खरीदना होवे वो भी फ्री नहीं है। चूहे मारन लई दवाई भी लैनी होवे वो भी मुੱਲ ही मिलनी है। लेकिन आ उठाया जाना ये मुੱਲ नहीं है। ये मुੱਲ नहीं है। ਇਹਦੇ ਲਈ ਕੋਈ ਪੈਸਾ ਨਹੀਂ। ਇਹਦੇ ਲਈ ਕੇਵਲ ਤੁਹਾਨੂੰ ਆਪਣੇ ਆਪ ਨੂੰ ਪ੍ਰਭੂ ਨੂੰ ਸਮਰਪਿਤ ਕਰਨਾ। ਆਮੀਨ। ਮੈਂ ਜਦੋਂ ਬਾਈਬਲ ਨੂੰ ਪੜ੍ਹਦਾ ਹਾਂ, ਜਦੋਂ ਕਦੀ ਮੈਂ ਕੋਈ ਖਬਰ ਸੁਣਦਾ ਹਾਂ ਤੇ ਖਬਰਾਂ ਵਿੱਚੋਂ ਪਤਾ ਲੱਗਦਾ ਹੈ ਪਾਕਿਸਤਾਨ ਨੇ ਐਟਮ ਬੰਬ ਸਾਡੇ ਨਾਲ ਜ਼ਿਆਦਾ ਬਣਾ ਕੇ ਰੱਖੇ। रूस कोले पता नहीं गिनती च किन्ने ने, अमेरिका कोल किन्ने ने, होरना देशां कोल वखरिया वखरिया कोल, चीन वर्गे देशां कोल जिहड़े शक्तिशाली देश अपने आप नूं कहंदे ने, किन्ने किन्ने बड़े मिसाइलां ते बंब आखिर ते भाई काहदे नहीं बनाए थे? वो दिवाली मनाउण लई थोड़ा बनाए थे। भी दिवाली मनावांगे इहदे लई नहीं बनाए, वो ते लोकां नूं मारन लई। आखिर तबाही तां होनी है। ਜਦੋਂ ਇਹ ਗੱਲਾਂ ਸੋਚੀਦੀਆਂ ਨੇ ਹਰ ਬੰਦਾ ਸੋਚਦਾ ਮੈਂ ਇਸ ਤਬਾਹੀ ਨੂੰ ਵੇਖਣਾ ਨਹੀਂ ਚਾਹੁੰਦਾ। ਤਾਂ ਇੱਕੋ ਹੀ ਸ਼ਰਤ ਹੈ ਇਸ ਤਬਾਹੀ ਤੋਂ ਬਚਣ ਦੀ, ਇਹ ਖੁਦਾ ਦਾ ਜਿਉਂਦਾ ਬੱਚਾ। 11ਵੀਂ 12ਵੀਂ ਆਇਤ ਵਿੱਚ ਅਸੀਂ ਪੜ੍ਹਿਆ ਹੈ ਇਹਨਾਂ ਭੇਦਾਂ ਦੀ ਸਮਝ। ਪੜੋਗੇ ਥੋੜਾ? 11ਵੀਂ 12ਵੀਂ। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਉਹਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸਵਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ। ਸਵਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਆ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ। ਉਹਨਾਂ ਬਾਹਰ ਵਾਲਿਆਂ ਲੋਕਾਂ ਨੂੰ ਨਹੀਂ ਦਿੱਤੀ ਗਈ, ਕਿਉਂਕਿ ਜਿਹਦੇ ਕੋਲ ਹੈ, ਬੜੇ ਧਿਆਨ ਨਾਲ ਸੁਣਿਓ, ਉਹਨੂੰ ਦਿੱਤਾ ਜਾਵੇਗਾ। ਜਿਹਦੇ ਕੋਲੇ ਕੁਝ ਹੈ ਉਹਨੂੰ ਦਿੱਤਾ ਜਾਵੇਗਾ। ਉਹਨੂੰ ਦਿੱਤਾ ਜਾਏਗਾ। ਜੇ ਤੁਹਾਡੇ ਅੰਦਰ ਵਚਨ ਦੀ ਭੁੱਖ ਪਿਆਸ ਨਹੀਂ ਹੈ, ਜੇ ਤੁਹਾਡੇ ਅੰਦਰ ਵਚਨ ਕੋਈ ਹੈ ਨਹੀਂਗਾ, ਵਚਨ ਤੇ ਤਾਂ ਹੀ ਤੁਹਾਨੂੰ ਮਿਲਣਾ ਜੇ ਤੁਹਾਡੇ ਕੋਲ ਪਹਿਲੋਂ ਕੁਝ ਹੈਗਾ। ਪਹਿਲੋਂ ਕਿਹੜੀ ਚੀਜ਼ ਹੈ? ਖੁਦਾ ਨੇ ਤੁਹਾਡੇ ਅੰਦਰ ਵਿਸ਼ਵਾਸ ਪਹਿਲੋਂ ਤੋਂ ਰੱਖਿਆ ਹੈ। ਇਹ ਚੀਜ਼ ਖੁਦਾ ਨੇ ਪਹਿਲੋਂ ਤੋਂ, ਖੁਦਾ ਦਾ ਬੀਜ ਤੁਹਾਡੇ ਪ੍ਰਾਣਾਂ ਦੇ ਅੰਦਰ ਪਹਿਲੋਂ ਤੋਂ ਰੱਖਿਆ ਹੋਇਆ। ਔਰ ਜਿਨ੍ਹਾਂ ਦੇ ਕੋਲੇ ਇਹ ਬੀਜ ਹੈਗਾ ਆ ਉਹਨਾਂ ਨੂੰ ਖੁਦਾ ਹੋਰ ਪ੍ਰਕਾਸ਼ਨ ਦਿੱਤੀ ਜਾਏਗੀ। ਜਿਹਦੇ ਕੋਲ ਹੈਗਾ ਉਹਨੂੰ ਦਿੱਤਾ ਜਾਵੇਗਾ, ਹੋਰ ਦਿੱਤਾ ਜਾਵੇਗਾ। ਪਰ ਪੜੋ, ਕਿਉਂਕਿ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਵੇਗਾ, ਜਿਹਦੇ ਕੋਲੇ ਹੈਗਾ ਆ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ। ਉਹਦਾ ਹੋਰ ਕੀ ਹੋਵੇਗਾ? ਵਾਅਦਾ ਹੋਵੇਗਾ। ਵੇਖੋ ਰੈਪਚਰ ਵਾਸਤੇ ਇੱਕ ਕੜੀ ਨਾਲ ਕੜੀ ਜੁੜਦੀ ਹੈ, ਠੀਕ ਹੈ ਨਾ? ਉਠਾਏ ਜਾਣ ਵਾਸਤੇ ਇੱਕ ਕੜੀ ਨਾਲ ਕੜੀ ਜੁੜਦੀ ਹੈ। ਇੱਕ ਦਿਨ ਅਸੀਂ ਕੁਝ ਹੋਰ ਲੈ ਲਿਆ, ਦੂਜੇ ਦਿਨ ਉਹਦੇ ਨਾਲ ਉਠਾਏ ਜਾਣ ਲਈ ਕੁਝ ਹੋਰ ਲੈ ਲਿਆ, ਅਗਲੀ ਬੰਦਗੀ ਵਿੱਚ ਕੁਝ ਹੋਰ ਲੈ ਲਿਆ, ਉਦੋਂ ਅਗਲੀ ਬੰਦਗੀ ਵਿੱਚ ਕੁਝ ਹੋਰ ਲੈ ਲਿਆ। ਹੌਲੀ ਹੌਲੀ ਮਤਲਬ ਵਾਧਾ ਹੁੰਦਾ ਜਾਂਦਾ। ਆਮੀਨ। ਉਹਦਾ ਵਾਧਾ ਹੋਵੇਗਾ। ਪੜੋ, ਪਰ ਜਿਹਦੇ ਕੋਲ ਨਹੀਂ ਹੈ, ਜਿਹਦੇ ਕੋਲੇ ਹੈ ਹੀ ਨਹੀਂਗਾ ਕੁਝ, ਉਸ ਤੋਂ ਸਿਰਫ ਮਿਲਣ ਨਹੀਂ ਇੱਕ ਦੂਜੇ ਨੂੰ, ਕੋਈ ਭੁੱਖ ਪਿਆਸ ਹੀ ਵਚਨ ਦੀ ਹੈ ਨਹੀਂ ਗੀ। ਗੱਲ ਫੇਰ ਸੌਣ ਦੇ ਉੱਤੇ ਬਹਿਣ ਤੇ ਆ ਜਾਂਦੀ, ਗੱਲਾਂ ਕਰਨ ਤੇ ਆ ਜਾਂਦੀ ਹੈ। ਜਿਹਦੇ ਕੋਲੇ ਨਹੀਂ ਹੈ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਸੋ ਵੀ ਲੈ ਲਿਆ ਜਿਹੜਾ ਉਹਨੇ ਜਾਵੇਗਾ। ਇਕੱਠਾ ਕੁੱਠਾ ਕੀਤਾ ਹੈ ਨਾ, ਉਹ ਵੀ ਲੈ ਲਿਆ ਜਾਵੇਗਾ। ਉਹ ਵੀ ਲਿਖਿਆ ਉਹਦੇ ਕੋਲੋਂ ਲੈ ਲਿਆ ਜਾਵੇਗਾ। ਸੋ ਪ੍ਰਭੂ ਤੁਹਾਨੂੰ ਬਰਕਤ ਦੇ। ਚਰਚ ਚਾਉਣ ਦਾ ਮਤਲਬ ਕੀ ਹੈ? ਸੰਗਤੀ ਚਾਉਣ ਦਾ ਕੀ ਮਤਲਬ ਹੈ? ਤੁਸੀਂ ਆਪਣਾ ਭਾੜਾ ਕਿਰਾਇਆ ਖਰਚ ਕੇ ਆਉਂਦੇ ਹੋ, ਆਪਣੀਆਂ ਰੋਟੀਆਂ ਲੈ ਕੇ ਆਉਂਦੇ ਹੋ, ਆਪਣਾ ਖਰਚਾ ਇੱਥੇ ਕਰਦੇ ਹੋ ਚਾਹ ਪਾਣੀ ਲਈ ਵਰੀਆਂ ਨਾਲ। ਫਿਰ ਇੱਥੇ ਆ ਕੇ ਵੀ ਤੁਹਾਨੂੰ ਵਚਨ ਦਾ ਕੋਈ ਇੰਟਰਸਟ ਨਹੀਂ ਹੈ, ਕੋਈ ਤੁਹਾਡੇ ਅੰਦਰ ਭੁੱਖ ਪਿਆਸ ਨਹੀਂ ਹੈ, ਤੇ ਫਿਰ ਮੈਂ ਪੁੱਛਦਾ ਇੱਥੇ ਆਉਣ ਦਾ ਫਾਇਦਾ ਕੀ ਹੈ? ਕਿਉਂਕਿ ਇੱਥੇ ਸਾਨੂੰ ਪੈਸੇ ਤੇ ਮਿਲਦੇ ਨਹੀਂ।
ਜੋ ਕੁਛ ਅਸੀਂ ਕਰ ਰਹੇ ਆਪਣਾ ਖਰਚਾ ਕਰਕੇ ਕਰ ਰਹੇ, ਕਾਹਦੇ ਲਈ ਕਰ ਰਹੇ? ਤਾਂ ਕਿ ਉਹ ਚੀਜ਼ ਪ੍ਰਾਪਤ ਕਰ ਲਈਏ ਜਿਹੜੀ ਲੋਕਾਂ ਕੋਲ ਹੈ ਨਹੀਂ ਗੀ। ਲੋਕਾਂ ਕੋਲ ਕੀ ਨਹੀਂ ਹੈਗਾ? ਅੱਜ ਜੀ ਉੱਠਣ ਵਾਲਾ ਪ੍ਰਕਾਸ਼ਨ ਹੈ ਨਹੀਂਗਾ, ਵਿਸ਼ਵਾਸ ਹੈ ਨਹੀਂਗਾ। ਲੋਕਾਂ ਕੋਲੋਂ ਜਿਉਂਦੇ ਉਠਾਏ ਜਾਣ ਵਾਲਾ ਕੋਈ ਪ੍ਰਕਾਸ਼ ਹੈ ਨਹੀਂ। ਲੇਕਿਨ ਬਾਈਬਲ ਵਿੱਚੋਂ ਸਾਨੂੰ ਮਿਲਦਾ ਸੀ, ਇਸ ਲਈ ਇਕੱਠੇ ਆਮੀਨ। ਤਾਂ ਮੈਂ ਚਾਹਾਂਗਾ ਕਿ ਕਿਸੇ ਕੋਲੇ ਚਟਾਨ ਪੱਥਰ ਸੰਦੇਸ਼ ਹੈਗਾ ਆ ਤਾਂ ਤੁਸੀਂ ਥੋੜਾ ਮੈਂ ਪੜ੍ਹਾ ਕੇ ਚਾਹੁੰਦਾ ਹਾਂ ਦੱਸਣਾ। ਕੁਝ ਗੱਲਾਂ ਦੇ ਉੱਤੇ ਅਸੀਂ ਗੌਰ ਕਰੀਏ। 55 ਹੋਏਗਾ। ਉਹਦੇ ਆਖਰੀ ਪੈਰੇ ਤੋਂ 54 ਦੇ ਆਖਰੀ ਪੈਰੇ ਤੋਂ ਇਹ 54 ਦੇ ਆਖਰੀ ਪੈਰੇ। 54 ਦੇ ਆਖਰੀ। ਖੁਦਾ ਨੇ ਕੀ ਕੀਤਾ? ਉਸ ਨੇ ਇਸ ਆਖਰੀ ਸੰਦੇਸ਼ ਦੀਆਂ 7 ਮੋਹਰਾਂ ਨੂੰ ਖੋਲ ਦਿੱਤਾ ਹੈ। ਕੀ ਤੁਸੀਂ ਇਸ ਤੇ ਧਿਆਨ ਦਿੱਤਾ ਹੈ? ਇਹ ਭੇਤਾਂ ਦੀਆਂ ਜਿਹੜੀ ਸੇਵਕਾਈ ਹੈ, ਮੈਂ ਦੱਸ ਰਿਹਾ ਆਖਰੀ ਦਿਨਾਂ ਸੀ। ਇਹਨਾਂ ਆਖਰੀ ਦਿਨਾਂ ਵਿੱਚ ਜਿੱਥੇ ਭੇਤ ਲੁਕੇ ਹੋਏ ਸਨ ਉਹ ਸੀ 7 ਮੋਹਰਾਂ ਨਾਲ ਬੰਦ ਕੀਤੇ ਹੋਏ। ਭੇਤ ਸਾਰੇ ਜਿੰਨੇ ਪ੍ਰਭੂ ਦੇ ਦਿਮਾਗ ਵਿੱਚ ਸਨ, ਆਖਰੀ ਦਿਨਾਂ ਵਿੱਚ ਉਹਨੇ ਕੀ ਕੀਤਾ? ਇਹਨਾਂ ਭੇਤਾਂ ਨੂੰ 7 ਮੋਹਰਾਂ ਨੂੰ ਖੋਲ ਦਿੱਤਾ। 7 ਮੋਹਰਾਂ ਜਿਹੜੀਆਂ ਸੀ ਉਹ ਖੋਲ ਦਿੱਤੀਆਂ ਗਈਆਂ। ਪੜੋ, ਉਹਨਾਂ 7 ਮੋਹਰਾਂ ਵਿੱਚ ਤਾਂ ਕਲੀਸਿਆਵਾਂ ਦੇ ਯੁੱਗਾਂ ਦੇ ਗੁਪਤ ਭੇਤ। ਠੀਕ ਹੈ, ਉਹਨਾਂ 7 ਮੋਹਰਾਂ ਵਿੱਚ ਕੀ ਸੀ? ਕਲੀਸਿਆਵਾਂ ਦੇ ਯੁੱਗਾਂ 7 ਕਲੀਸਿਆਈ ਕਾਲਾਂ ਜਿਹੜੀਆਂ ਪ੍ਰਭੂ ਯਿਸੂ ਮਸੀਹ ਦੇ ਮਰ ਕੇ ਜੀ ਉੱਠਣ ਤੋਂ ਲੈ ਕੇ ਪ੍ਰਭੂ ਦੇ ਲੋਕਾਂ ਦੇ ਉਠਾਏ ਜਾਣ ਤੱਕ ਸਮਾਂ ਕਿੰਨੇ ਚਿਰ ਚ ਵੰਡਿਆ ਗਿਆ? 7 ਯੁੱਗਾਂ 7 ਕਲੀਸਿਆਈ ਕਾਲਾਂ ਵਿੱਚ ਵੰਡਿਆ ਗਿਆ। ਆਮੀਨ। ਔਰ ਇਹਨਾਂ 7 ਕਲੀਸਿਆਈ ਕਾਲਾਂ ਦਾ ਭੇਦ ਕਿੱਥੇ ਸੀ? 7 ਮੋਹਰਾਂ ਦੇ ਅੰਦਰ ਲੁਕਿਆ ਹੋਇਆ। ਆਮੀਨ। ਇਹ 7 ਮੋਹਰਾਂ ਦੇ ਅੰਦਰ ਲੁਕਿਆ ਹੋਇਆ ਸੀ। ਇਸ ਕਰਕੇ 7 ਮੋਹਰਾਂ ਖੁੱਲੀਆਂ। 7 ਯੁੱਗਾਂ ਵਿੱਚ ਪਤਾ ਲੱਗ ਗਿਆ ਕਿ ਹੋਇਆ ਕੀ ਹੈ। ਪੜੋ, ਕਲੀਸਿਆ ਦੇ ਯੁੱਗਾਂ ਦੇ ਗੁਪਤ 7 ਭੇਤ 7 ਮੋਹਰਾਂ ਲਾ ਕੇ ਬੰਦ ਕਰ ਦਿੱਤੇ ਗਏ ਸਨ। ਸੁਧਾਰਕਾਂ ਕੋਲ ਸਮਾਂ ਨਹੀਂ ਸੀ ਕਿ ਉਹ ਆਪਣੇ ਸਮੇਂ ਵਿੱਚ ਇਹਨਾਂ ਭੇਤਾਂ ਨੂੰ ਖੋਲ੍ਹਦੇ। ਉਹਨਾਂ ਦਾ ਸਮਾਂ ਜ਼ਿਆਦਾ ਨਹੀਂ ਸੀ, ਪਰੰਤੂ ਇਹਨਾਂ ਮੋਹਰਾਂ ਦੇ ਗੁਪਤ ਭੇਤ ਇੱਕ ਮੁਬਾਰਕ ਪ੍ਰਕਾਸ਼ ਦੁਆਰਾ ਇਹਨਾਂ ਆਖਰੀ ਦਿਨਾਂ ਵਿੱਚ ਉਸ ਭਵਿੱਖਬਾਣੀ ਦੇ ਅਨੁਸਾਰ ਖੋਲ ਦਿੱਤੇ ਗਏ ਹਨ ਜੋ ਐਰੀਜ਼ੋਨਾ ਵਿੱਚ ਪੂਰੀ ਹੋਈ। ਔਰ ਤੁਸੀਂ ਇਹਦੀ 55 ਦੇ ਪਹਿਲੇ ਪੈਰੇ ਤੋਂ ਹੀ, ਯਾਨੀ ਦੂਸਰਾ ਜਿਹੜਾ ਅਗਲਾ ਪੈਰਾ ਹੈ ਉਹਦੇ ਤੋਂ ਪੜ੍ਹਨਾ ਸ਼ੁਰੂ ਕਰੋ। हे ਮੇਰੇ ਭੈਣੋ, ਹਾਂ, हे ਮੇਰੇ ਭੈਣੋ ਅਤੇ ਭਰਾਵੋ, ਬਹੁਤ ਧਿਆਨ ਨਾਲ ਸੁਣਿਓ। ਕੀ ਤੁਸੀਂ ਖੁਦਾ ਦੇ ਬਚਨ ਨੂੰ ਗ੍ਰਹਿਣ ਕਰ ਰਹੇ ਹੋ? ਖੁਦਾ ਦੇ ਨਬੀ ਨੇ ਕਿਹਾ, ਮੇਰੇ ਭੈਣੋ ਭਰਾਵੋ, ਕੀ ਤੁਸੀਂ ਖੁਦਾਵੰਦ ਦੇ ਵਚਨ ਨੂੰ ਗ੍ਰਹਿਣ ਕਰਦੇ ਹੋ? ਧਿਆਨ ਦੇਵੋ, ਇਸ ਗੱਲ ਦੇ ਉੱਤੇ ਧਿਆਨ ਦੇਵੋ। ਕੀ ਤੁਸੀਂ ਇਸ ਨੂੰ ਨਹੀਂ ਦੇਖਦੇ? ਖੁਦਾ ਦੇ ਕਹਿਣ ਦੇ ਅਨੁਸਾਰ ਇਹਨਾਂ ਬੀਤੇ ਸਾਰੇ ਯੁੱਗਾਂ ਵਿੱਚ ਪਰਦੇ ਦੇ ਪਿੱਛੇ ਹੀ ਰਿਹਾ ਹੈ। ਠੀਕ ਹੈ, ਭੇਤ ਕਿੱਥੇ ਰਹੇ ਨੇ? ਪਰਦੇ ਦੇ ਪਿੱਛੇ ਹੀ ਰਹੇ ਨੇ, ਲੁਕੇ ਹੋਏ ਰਹੇ ਨੇ ਭੇਤ। ਪੜੋ, ਅਤੇ ਆਖਰੀ ਦਿਨਾਂ ਵਿੱਚ ਇਸ ਦਾ ਭੇਤ ਖੋਲ ਦਿੱਤਾ ਜਾਵੇਗਾ। ਉਹ 7 ਮੋਹਰਾਂ ਜਿਹੜੀਆਂ ਕਿ ਪੂਰੀ ਤਰ੍ਹਾਂ ਬੰਦ ਕੀਤੀਆਂ ਹੋਈਆਂ ਸਨ। ਠੀਕ ਹੈ, ਅੱਜ ਲੋਕਾਂ ਦੀ 7 ਮੋਹਰਾਂ ਸਮਝ ਨਹੀਂ ਆ ਰਹੀ। ਬਾਕੀ ਬਾਈਬਲ ਦੀਆਂ ਗੱਲਾਂ ਸਮਝ ਆਉਂਦੀਆਂ ਨੇ, ਪਰ 7 ਮੋਹਰਾਂ ਦਾ ਵਾਅਦਾ ਹੈ ਕਿ ਆਖਰੀ ਦਿਨਾਂ ਵਿੱਚ ਖੋਲ ਦਿੱਤੀਆਂ ਜਾਣਗੀਆਂ। ਪੜੋ, ਅਤੇ ਸਾਰੀ ਸਚਾਈ ਲੋਕਾਂ ਦੇ ਸਾਹਮਣੇ ਸਾਫ਼ ਦਿਖਾਈ ਦੇਵੇਗੀ ਜੋ ਹੁਣ ਤੱਕ ਵਾਪਰਿਆ ਹੈ। ਇਹ ਸਾਰੀ ਸਚਾਈ ਖੁਦਾ ਨੇ ਲੋਕਾਂ ਦੇ ਸਾਹਮਣੇ, ਆਪਣੇ ਲੋਕਾਂ ਦੇ ਸਾਹਮਣੇ ਪ੍ਰਗਟ ਕਰਨੀ ਆ। ਆਮੀਨ। ਤੋ ਇਹ ਗੱਲਾਂ ਸਭਨਾਂ ਦੀ ਸਮਝ ਵਿੱਚ ਆਉਣ ਵਾਲੀਆਂ ਨਹੀਂ। ਅਸੀਂ ਇਸ ਕਰਕੇ ਤੁਸੀਂ ਪ੍ਰਭੂ ਦੇ ਲੋਕ ਹੋ, ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਹੋ ਸਕਦਾ ਕੋਈ ਨਵਾਂ ਆਇਆ ਹੋਵੇ, ਇਹ ਗੱਲਾਂ ਉਹਦੇ ਉੱਤੇ ਦੀ ਲੰਘ ਜਾਣ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਿਉਂਕਿ ਇਹਨੂੰ ਤੁਸੀਂ ਪਕੜਨ ਦੀ ਕੋਸ਼ਿਸ਼ ਕਰੋ। ਜੇ ਪ੍ਰਭੂ ਦਾ ਚੁਣਿਆ ਹੈ ਤੇ ਨਵੇਂ ਨੂੰ ਵੀ ਸਮਝ ਆ ਹੀ ਜਾਣੀ ਹੈ। ਹਾਂਜੀ, ਸੁਣੋ ਧਿਆਨ ਨਾਲ। ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਵਿਖਾਈ ਦੇਵੇਗੀ
ਜੋ ਹੁਣ ਤੱਕ ਵਾਪਰਿਆ ਹੈ। ਵਾਪਰਿਆ ਆ ਇਸ ਆਖਰੀ ਸਮੇਂ, ਇਸ ਆਖਰੀ ਸਮੇਂ ਦੇ ਵਿੱਚ, ਇਸ ਸਤਵੇਂ ਦੂਤ ਦੇ ਸਮੇਂ ਦੇ ਵੇਲੇ, ਇਸ ਜਿਹੜਾ ਸਤਵਾਂ ਦੂਤ ਆ ਜਿਹਦੀ ਕਿ ਬਾਈਬਲ ਵਿੱਚ ਭਵਿਸ਼ਵਾਣੀ ਕੀਤੀ ਗਈ, ਉਹਦੇ ਵੇਲੇ ਵਿੱਚ ਉਸ ਏਰੀਆ ਦੇ ਸਮੇਂ ਖੁਦਾ ਦੇ ਸਾਰੇ ਭੇਦ ਸਾਫ਼-ਸਾਫ਼ ਪ੍ਰਗਟ ਕਰ ਦਿੱਤੇ ਜਾਣਗੇ। ਠੀਕ ਹੈ। ਹੁਣ ਕੀ ਕੀਤਾ ਗਿਆ? ਸਾਰੇ ਭੇਦ ਜਿਹੜੇ ਨੇ ਬਾਈਬਲ ਦੇ ਸਾਫ਼-ਸਾਫ਼ ਪ੍ਰਗਟ ਕਰ ਦਿੱਤੇ ਗਏ। ਜੀ ਸੁਣੀਏ, ਕਿਵੇਂ ਮਸੀਹ ਜੋ ਖੁਦਾ ਦਾ ਪੁੱਤਰ ਹੈ ਨੂੰ ਕਲੀਸਿਆ ਤੋਂ ਬਾਹਰ ਕੱਢ ਦਿੱਤਾ ਗਿਆ। ਇਹ ਯੁੱਗ ਵਿੱਚ ਲੋਕਾਂ ਨੇ ਖੁਦਾ ਨੂੰ ਬਾਹਰ ਕੱਢ ਦਿੱਤਾ, ਮਸੀਹ ਨੂੰ, ਕਿਉਂਕਿ ਵਚਨ ਦਾ ਇਨਕਾਰ ਕਰਤਾ, ਪ੍ਰਭੂ ਨੂੰ ਬਾਹਰ ਕੱਢ ਦਿੱਤਾ। ਪੜੋ, ਕਿਵੇਂ ਉਹ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਦੁਬਾਰਾ ਫਿਰ ਪ੍ਰਗਟ ਹੋਵੇਗਾ। ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਦੁਬਾਰਾ ਨਬੀ ਨੇ ਕਿਹਾ ਪ੍ਰਗਟ ਹੋਵੇਗਾ। ਕਿਵੇਂ ਕਲੀਸਿਆ ਦੁਬਾਰਾ ਫਿਰ ਸਹੀ ਰਸਤੇ ਤੇ ਲਿਆਂਦੀ ਜਾਵੇਗੀ। ਕਲੀਸਿਆ ਨੂੰ ਦੁਬਾਰਾ ਕਿੱਥੇ ਲਿਆਂਦਾ ਜਾਵੇਗਾ? ਸਹੀ ਜਗ੍ਹਾ ਦੇ ਉੱਤੇ, ਜਿੱਦਾਂ ਪਹਿਲੇ ਯੁੱਗ ਦੀ ਕਲੀਸਿਆ ਸੀ, ਜਿਨ੍ਹਾਂ ਦੇ ਵਿੱਚ ਪ੍ਰਭੂ ਸੀਗਾ। ਆਮੀਨ। ਇਸੇ ਤਰੀਕੇ ਨਾਲ ਦੁਬਾਰਾ ਕਲੀਸਿਆ ਨੂੰ ਸਹੀ ਰਸਤੇ ਦੇ ਉੱਤੇ ਲਿਆਂਦਾ ਜਾਵੇਗਾ ਤਾਂ ਕਿ ਉਹ ਆਪਣੇ ਪ੍ਰਭੂ ਨੂੰ ਪਹਿਚਾਨ ਸਕਣ। ਪੜੋ, ਸ਼ਾਬਾਸ਼ੇ। ਅਖੀਰਲੇ ਦਿਨਾਂ ਵਿੱਚ, ਆਖਰੀ ਦਿਨਾਂ ਵਿੱਚ ਹਰ ਫਿਰਕਾ ਪ੍ਰਸਤੀ ਅਤੇ ਆਦਮੀ ਦੇ ਚਲਾਏ ਹੋਏ ਹਰ ਅਕੀਦੇ, ਫਿਰਕਾ ਪ੍ਰਸਤੀ, ਹਰ ਗਰੁੱਪ, ਹਰ ਆਦਮੀ ਦੇ ਚਲਾਏ ਹੋਏ ਅਕੀਦੇ ਕਿਵੇਂ ਰੱਦ ਕੀਤੇ ਜਾਣਗੇ। ਠੀਕ ਹੈ। ਹੁਣ ਕਿਤੇ ਕੀ ਕੀਤੇ ਗਏ ਨੇ? ਰੱਦ। ਰੱਦ ਕਰ ਦਿੱਤੇ ਗਏ ਨੇ। ਤੁਸੀਂ ਮੈਂ ਰੱਦ ਕਰ ਦਿੱਤੇ ਨੇ। ਉਹਨਾਂ ਨੂੰ ਪੜ੍ਹੀਏ। ਅਤੇ ਖੁਦਾ ਦਾ ਸਦੀਪਕ ਵਚਨ ਕਿਵੇਂ ਆਦਮੀ ਵਿੱਚ ਨਿਵਾਸ ਕਰੇਗਾ। ਆਮੀਨ। ਕਿਹੜੀ ਚੀਜ਼ ਨਿਵਾਸ ਕਰਦੀ ਹੈ ਸਾਡੇ ਵਿੱਚ? ਖੁਦਾ ਦਾ ਜਿਉਂਦਾ ਵਚਨ। ਤਾਂ ਹੀ ਤੇ ਇੰਨਾ ਅਸੀਂ ਸਭ ਕੁਝ ਛੱਡ ਕੇ ਐਤਵਾਰ ਨੂੰ ਲੋਕਾਂ ਦੇ ਜ਼ਰੂਰੀ ਕੰਮ ਹੁੰਦੇ ਆ, ਜਿਨ੍ਹਾਂ ਦੀ ਸਮਝ ਨਹੀਂ ਆਉਂਦੇ ਵੀ ਇੱਕੋ ਹੀ ਤਾਂ ਛੁੱਟੀ ਮਿਲਦੀ ਹੈ, ਲੇਕਿਨ ਜਿਨ੍ਹਾਂ ਦੀ ਸਮਝ ਆ ਗਿਆ ਉਹ ਇਸ ਛੁੱਟੀ ਨੂੰ ਮੁਬਾਰਕ ਸਮਝਦੇ ਹੈ। ਖੁਦਾਵੰਦ ਦਾ ਵਚਨ ਇਹਨਾਂ ਆਖਰੀ ਦਿਨਾਂ ਵਿੱਚ ਲੋਕਾਂ ਦੇ ਅੰਦਰ ਰੱਖਿਆ ਗਿਆ ਹੈ। ਹਾਂਜੀ ਸੁਣੋ, ਮੈਂ ਇੱਕ ਨੂੰ ਲੈ ਲਵਾਂਗਾ ਤੇ ਦੂਸਰੇ ਨੂੰ ਛੱਡ ਦੇਵਾਂਗਾ। ਖੁਦਾ ਨੇ ਕੀ ਕਿਹਾ ਸੀ? ਜਦੋਂ ਮੈਂ ਉਠਾਵਾਂਗਾ, ਇੱਕ ਪੈੜੀ ਵਿੱਚ ਦੋ ਜਣੇ ਕੰਮ ਕਰਦੇ ਹੋਣਗੇ, ਇੱਕ ਨੂੰ ਮੈਂ ਲੈ ਲਵਾਂਗਾ ਤੇ ਇੱਕ ਨੂੰ, ਦੋ ਔਰਤਾਂ ਚੱਕੀ ਪੀਣੀਆਂ ਹੋਣਗੀਆਂ, ਕੰਮ ਕਰਦੀਆਂ ਹੋਣਗੀਆਂ, ਇੱਕ ਨੂੰ ਮੈਂ ਲੈ ਲਵਾਂਗਾ ਤੇ ਇੱਕ ਨੂੰ ਛੱਡ ਦੇਵਾਂਗਾ। ਦੋ ਬੰਦੇ ਪੈੜੀ ਵਿੱਚ ਕੰਮ ਕਰਦੇ ਹੋਣਗੇ, ਦੋ ਜਣੇ ਮੰਜੇ ਉੱਤੇ ਸੁੱਤੇ ਹੋਣਗੇ, ਇੱਕ ਨੂੰ ਮੈਂ ਲੈ ਲਵਾਂਗਾ, ਇੱਕ ਨੂੰ ਮੈਂ ਕੀ ਦੇਵਾਂਗਾ? ਹੁਣ ਲੈਣਾ ਕਿਹਨੂੰ ਤੇ ਛੱਡਣਾ ਕਿਹਨੂੰ ਹੈ? ਇਹ ਸੰਗਤੀ ਵਿੱਚ ਹੀ ਜਿਹੜੇ ਵਚਨ ਲੈ ਰਹੇ ਉਹਨਾਂ ਨੂੰ ਨੇ ਲੈ ਲੈਣਾ ਹੈ। ਸੰਗਤੀ ਖੁਦਾ ਦੀ ਜ਼ਮੀਨ ਆ। ਸੰਗਤੀ ਵਿੱਚ ਹੀ ਲੋਕ ਕੰਮ ਕਰ ਰਹੇ ਨੇ। ਸੰਗਤੀ ਇੱਕ ਜਿਹੜੀ ਆ, ਉੱਥੇ ਦੋ ਵਿਸ਼ਵਾਸੀ ਆਉਂਦੇ ਨੇ, ਇੱਕ ਦਾ ਧਿਆਨ ਵਚਨ ਵੱਲੇ ਆ, ਇੱਕ ਦਾ ਧਿਆਨ ਘਰ ਵੱਲੇ ਹੀ ਆ। ਇੱਕ ਲੈ ਲਿਆ ਜਾਏਗਾ, ਇੱਕ ਲਿਖਿਆ ਛੱਡ ਦਿੱਤਾ ਜਾਵੇਗਾ। ਲੂਕਾ ਦੀ ਅੰਜੀਲ 17 ਵਿੱਚ ਲਿਖਿਆ, ਪੜ੍ਹੀਏ ਸ਼ਾਬਾਸ਼ੀ। ਇਸੇ ਨੂੰ ਹਾਂ, ਮੈਂ ਇਸ ਨੂੰ ਲੈ ਲਵਾਂਗਾ ਇੱਕ ਨੂੰ ਲੈ ਲੂੰ ਅਤੇ ਦੂਸਰੇ ਨੂੰ ਛੱਡ ਦਿਆਂਗਾ। ਮੈਂ ਦੂਜੇ ਨੂੰ ਛੱਡ ਦੇਵਾਂਗਾ। ਸਮਝੇ, ਕੋਈ ਸਾਂਝ ਨਹੀਂ, ਕੋਈ ਫਿਰਕਾ ਪ੍ਰਸਤੀ ਨਹੀਂ, ਕੋਈ ਕਿਸੇ ਨਾਲ ਲਗਾਓ ਨਹੀਂ, ਖੁਦਾ ਦੇ ਨਾਲ ਦਿਲ ਲਾਇਆ ਅਤੇ ਉਸੇ ਇਕੱਲੇ ਨਾਲ ਹੀ ਸਾਂਝ ਪਾਈ। ਆਮੀਨ। ਕੋਈ ਕਿਸੇ ਨਾਲ ਲਗਾ ਨਹੀਂ। ਇੱਕ ਜਿਹਨੂੰ ਆਪਣੇ ਉਠਾਏ ਜਾਣ ਦਾ, ਆਉਣ ਵਾਲੀ ਮਹਾ ਤਬਾਹੀ ਤੋਂ ਬਚਣ ਦਾ ਡਰਿਆ ਧਿਆਨ ਆ, ਉਹਦਾ ਲਗਾ ਕਿਸੇ ਹੋਰ ਨਾਲ ਨਹੀਂ ਹੁੰਦਾ। ਉਹਦਾ ਧਿਆਨ ਕਿਸੇ ਹੋਰ ਵੱਲੇ ਨਹੀਂ ਹੁੰਦਾ। ਕੇਵਲ ਉਹਦਾ ਲਗਾ ਖੁਦਾ ਨਾਲ ਹੁੰਦਾ। ਉਹਦੀ ਕੇਵਲ ਸਾਂਝ ਖੁਦਾ ਨਾਲ ਹੁੰਦੀ ਹੈ। ਆਮੀਨ। ਜਿਹਨੇ ਬਰਬਾਦ ਹੋਣਾ ਉਹਦੇ ਲਈ ਕੋਈ ਫਰਕ ਨਹੀਂ ਪੈਂਦਾ, ਲੇਕਿਨ ਜਿਹਨੂੰ ਇਹ ਡਰ ਆ ਕਿ ਮੈਂ ਬਰਬਾਦ ਨਹੀਂ ਹੋਣਾ, ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਬਰਬਾਦੀ ਬੜੀ ਭੈੜੀ ਹੈ।
ਤੁਹਾਨੂੰ ਪਤਾ ਉਹਨਾਂ ਦਿਨਾਂ 'ਚ ਮੌਤ ਬਾਈਬਲ ਨੇ ਕਿਆ ਲੈ ਲਈ ਜਾਏਗੀ? ਮੌਤ ਵੀ ਲੋਕ ਮੰਗਣਗੇ ਤੇ ਮੌਤ ਵੀ ਨਹੀਂ ਆ। ਕਿਉਂ? ਕਿਉਂਕਿ ਜਿਨ੍ਹਾਂ ਨੇ ਸੱਚਾਈ ਨੂੰ ਰੱਦ ਕੀਤਾ ਹੈ, ਉਹਨਾਂ ਨੂੰ ਇਹ ਤਾਂ ਪਤਾ ਲੱਗੇ ਵੀ ਸੱਚਾਈ ਹੁੰਦੀ ਕੀ ਹੈ। ਤੇ ਤੜਫਾ ਉਹਨਾਂ ਲਈ ਇਸ ਲਈ ਹੋਵੇਗਾ, ਮੌਤ ਮੰਗਣਗੇ, ਬਾਈਬਲ 'ਚ ਲਿਖਿਆ ਹੈ ਮੌਤ ਮੰਗਣਗੇ ਤੇ ਮੌਤ ਵੀ ਨਹੀਂ ਆਵੇਗੀ। ਔਰ ਇਦਾਂ ਲਿਖਿਆ ਖਾਸ ਕਰਕੇ ਪ੍ਰਕਾਸ਼ ਦੀ ਪੋਥੀ 16 ਵਿੱਚ, ਜਿੱਥੇ ਕਰੋੜ ਦੇ ਕੁਟੋਰੇ ਮੁੰਡੇਲੇ ਜਾਂਦੇ ਨੇ, ਲੋਕ ਆਪਣੀਆਂ ਜੀਭਾਂ ਆਪਣੇ ਦੰਦਾਂ ਥੱਲੇ ਚਬਾਉਣਗੇ ਤੇ ਆਖਣਗੇ ਮੌਤ ਸਾਡੇ ਉੱਤੇ ਆ ਜਾਏ। ਪਤਾ ਨਹੀਂ ਉਹ ਕਿਦਾਂ ਦਾ ਵੇਲਾ ਹੋਵੇਗਾ। ਲੇਕਿਨ ਜਦੋਂ ਉਹਨੂੰ ਪੜ੍ਹਦੇ ਆ ਤੇ ਹਕੀਕਤ ਵਿੱਚ ਪ੍ਰਭੂ ਦੇ ਚੁਣਿਆ ਹੋਇਆਂ ਨੂੰ ਡਰ ਲੱਗਦਾ ਹੈ ਕਿ ਮੈਂ ਉਹ ਹਾਲਾਤ ਨਾ ਵੇਖਾਂ। ਉਹ ਹਾਲਾਤ ਬਸ ਇਹਦੇ ਤੋਂ ਬਚਣ ਦਾ ਇੱਕੋ ਹੀ ਤਰੀਕਾ ਆ, ਕੋਈ ਮੋਰਚਾ ਕੱਢਣ ਦੀ ਲੋੜ ਨਹੀਂ ਹੈ, ਕੋਈ ਇਦਾਂ ਦੀ ਬਿਲਡਿੰਗ ਬਣਾਉਣ ਦੀ ਲੋੜ ਨਹੀਂ ਵੀ ਜਿੱਥੇ ਉਹ ਨਾ ਆਫਤ ਆਵੇ। ਇਹ ਸਭ ਕੁਝ ਕਿਸੇ ਕੰਮ ਨਹੀਂ ਆਉਣ ਵਾਲਾ। ਯੂਕਰੇਨ ਦੀ ਤੇ ਰੂਸ ਦੀ ਲੜਾਈ ਲੱਗੀ ਹੋਈ, ਉਹ ਕਹਿੰਦੇ ਪਏ ਵੀ ਇਦਾਂ ਦੇ ਬੰਬ ਆ, ਦੱਸ ਰਹੇ ਸੀ ਖਬਰਾਂ ਵਾਲੇ, ਬਈ ਉਹ ਹਵਾ ਵਿੱਚ ਹੀ ਛੱਡ ਦਿੱਤੇ ਜਾਣ ਤੇ ਬਿਲਡਿੰਗਾਂ ਸਵਾਹ ਹੋ ਜਾਣਗੀਆਂ, ਜਿਨ੍ਹਾਂ ਤੇ ਲੱਖਾਂ ਕਰੋੜਾਂ ਰੁਪਈਆ ਖਰਚਾ ਹੈ ਬਿਲਡਿੰਗਾਂ ਦੇ ਉੱਤੇ। ਲੱਖਾਂ ਮਣ ਲੋਹਾ ਲਾਇਆ, ਸ਼ਰੀਆ ਲਾਇਆ, ਬਜਰੀ ਲਾਈ ਆ, ਸੀਮਿੰਟ ਲਾਇਆ, ਮਿੰਟੋ ਮਿੰਟ ਹੀ ਸਭ ਤਬਾਹ ਹੋ ਜਾਣਗੇ, ਸਵਾਹ ਹੋ ਜਾਣਗੇ। ਤੇ ਕੀ ਬਣੂਗਾ ਮਨੁੱਖ ਲਈ ਬਾਈਬਲ ਵਿੱਚ ਲਿਖਿਆ ਸਾਫ਼-ਸਾਫ਼ ਕਰਕੇ। ਤੇ ਤੁਸੀਂ ਜ਼ਕਰੀਆ ਕਰਦੇ ਹੋ, ਉਹਦੇ 14ਵੇਂ ਅਧਿਆਏ ਮੇਰੇ ਕੋਲ 9ਵਾਂ ਅਧਿਆਇ, ਲੋਕਾਂ ਦਾ ਮਾਸ ਲਿਖਿਆ, ਉਹਨਾਂ ਦੇ ਖੜਿਆ ਹੀ ਝੜ ਜਾਵੇ। 9 ਹੈ ਕਿੱਥੇ? 12 ਹੈ। ਜ਼ਕਰੀਆ 14 ਦੇ। ਉਹ ਅਜਾਬ ਹੋਵੇਗਾ, ਉਹ ਦਿਨ ਬੜਾ ਹੀ ਅਜੀਬ ਹੋਵੇਗਾ, ਅਜਾਬ ਹੋਵੇਗਾ, ਜਿਹਦੇ ਨਾਲ ਯਹੋਵਾ ਸਾਰੀਆਂ ਉਮਤਾਂ ਨੂੰ ਮਾਰੇਗਾ, ਜਿਹਦੇ ਨਾਲ ਖੁਦਾ ਸਾਰੀਆਂ ਕੌਮਾਂ ਨੂੰ ਮਾਰੇਗਾ, ਜਿਹੜੀਆਂ ਯਰੂਸ਼ਲਮ ਨਾਲ ਲੜਦੀਆਂ ਹਨ। ਯਰੂਸ਼ਲਮ ਨਾਲ ਲੜਦੀਆਂ ਹਨ। ਉਹਨਾਂ ਦੇ ਮਾਸ ਪੈਰਾਂ ਉੱਤੇ ਖੜੇ ਖੜੇ ਗਲ ਜਾਵੇਗਾ। ਪੈਰਾਂ ਉੱਤੇ ਖੜੇ ਖੜੇ ਉਹਨਾਂ ਦਾ ਮਾਸ, ਇਹ ਬਸ ਬੰਬਾਂ ਦੇ ਅੰਦਰ ਕੈਮੀਕਲ ਹੀ ਹੈ ਜੋ ਹੋਵੇਗਾ, ਮਾਸ ਲੈ ਜਾਵੇਗਾ ਖੜੇ ਖੜੇ। ਅਤੇ ਉਹਨਾਂ ਦੀਆਂ ਤਾਂ ਬਈ ਬਹੁਤ ਡਰ ਲੱਗਦਾ, ਮੈਂ ਤਾਂ ਨਹੀਂ ਉਹ ਤਬਾਹੀ ਵੇਖਣਾ ਚਾਹੁੰਦਾ, ਮੈਂ ਨਹੀਂ ਵੇਖਣਾ ਚਾਹਾਂਗਾ। ਇਹਦੇ ਤੋਂ ਬਚਣ ਦਾ ਇੱਕ ਹੀ ਤਰੀਕਾ ਆਪਾਂ ਪੜ੍ਹ ਰਹੇ ਹਾਂ ਪ੍ਰਭੂ ਦੇ ਵਚਨ ਚ, ਉਹ ਹੈ ਵਚਨ ਤੇ ਵਿਸ਼ਵਾਸ ਕਰਕੇ, ਜਿੱਦਾਂ ਵਚਨ ਕਹਿੰਦਾ ਉਦਾਂ ਪ੍ਰਭੂ ਦੇ ਨਾਲ ਚੱਲਣਾ। ਆਮੀਨ। ਪ੍ਰਭੂ ਨਾਲ ਉਹਦਾ ਚੱਲਣਾ। ਸੁਣੀਏ ਜਰਾ ਧਿਆਨ ਨਾਲ ਸੰਦੇਸ਼ ਨੂੰ। ਆਓ ਇਹਨਾਂ ਕੁਝ ਭੇਟਾਂ ਵੱਲ ਧਿਆਨ ਕਰੀਏ। ਨਬੀ ਨੇ ਕਿਹਾ ਆਓ ਇਹਨਾਂ ਕੁਝ ਖੁਦਾ ਦੇ ਭੇਤਾਂ ਵੱਲੇ ਧਿਆਨ ਕਰੀਏ। ਅਤੇ ਜੇ ਤੁਸੀਂ ਇਹਨਾਂ ਨੂੰ ਲਿਖਣਾ ਚਾਹੁੰਦੇ ਹੋ, ਲਿਖ ਲਵੋ। ਪਹਿਲਾਂ ਮੈਂ ਉਹ ਲਵਾਂਗਾ ਜਦ ਸਕੋਫੀਲਡ ਇੱਥੇ ਮਤੀ 13 ਬਾਬ ਵਿੱਚ ਕਹਿੰਦਾ ਹੈ। ਠੀਕ ਹੈ, ਨਬੀ ਨੇ ਸਕੋਫੀਲਡ ਬਾਈਬਲ ਦਾ ਹਵਾਲਾ ਦਿੱਤਾ। ਬਹੁਤ ਘੱਟ ਲੋਕਾਂ ਕੋਲੇ ਉਹ ਬਾਈਬਲ। ਯੈਸ, ਹਾਂਜੀ। ਸੰਤ ਮਤੀ 13:11 ਸਵਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ। ਇਹਨਾਂ ਭੇਤਾਂ ਦੀ ਸਮਝ ਜਿਹੜੀ ਅਸੀਂ ਬੋਲ ਰਹੇ ਹਾਂ ਤੁਹਾਨੂੰ ਦਿੱਤੀ ਗਈ ਆ। ਉਸ ਦੇ ਚੇਲਿਆਂ ਨੂੰ, ਉਹਦੇ ਸਿਰਫ ਚੇਲਿਆਂ ਨੂੰ ਹੀ ਦਿੱਤੀ ਗਈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਭੇਦ ਹੈ। ਇਹ ਵੀ ਇੱਕ ਭੇਦ ਆ। ਇਹ ਭੇਦ ਹੈ, ਇੱਕ ਭੇਦ ਵਚਨ ਹੈ। ਠੀਕ ਹੈ, ਵਚਨ ਇੱਕ ਕੀ ਆ? ਭੇਦ ਆ। ਇਹ ਸਦੀਆਂ ਤੋਂ ਛੁਪਿਆ ਹੋਇਆ ਸਾਇ ਇਹ ਹੈ। ਵਚਨ ਜਿਹੜਾ ਸੀਗਾ ਬੜੇ ਪਿਛਲੇ ਸਮੇਂ ਸਦੀਆਂ ਤੋਂ ਹੀ ਛੁਪਿਆ ਹੋਇਆ ਸੀ। ਪੜ੍ਹੀਏ। ਜੋ ਹੁਣ ਅਲੌਕਿਕ ਢੰਗ ਦੇ ਨਾਲ ਪ੍ਰਗਟ ਹੋ ਗਿਆ ਹੈ। ਕਿ ਬੜੇ ਅਲੌਕਿਕ ਢੰਗ ਨਾਲ ਖੁਦਾ ਨੇ ਸਾਡੇ ਉੱਤੇ ਨੂੰ ਪ੍ਰਗਟ ਕਰਤਾ ਹੈ, ਪ੍ਰਗਟ ਹੋ ਗਿਆ ਆ। ਪਰੰਤੂ ਪ੍ਰਕਾਸ਼ ਹੋਣ ਦੇ ਬਾਵਜੂਦ ਜੋ ਅਲੌਕਿਕ ਤੱਤ ਹੈ ਉਹ ਫਿਰ ਵੀ ਰਹਿ ਜਾਂਦਾ ਹੈ। ਡੂੰਘੇ ਭੇਦ ਅਤੇ ਮਹਾਨ ਭੇਦ ਇਹ ਹਨ। ਠੀਕ ਹੈ, ਕਈਆਂ ਤੋਂ ਫਿਰ ਵੀ ਇਹ ਰਹਿ ਜਾਂਦਾ ਆ। ਪੜ੍ਹੀਏ। ਸਵਰਗ ਦੇ ਰਾਜ ਦਾ ਭੇਦ ਇਹ ਇੱਕ ਭੇਦ ਹੈ। ਸਵਰਗ ਦੇ ਰਾਜ ਦਾ ਭੇਦ
ਇਹ ਇੱਕ ਭੇਦ ਆ। ਜਿਹਦੇ ਤੇ ਅਸੀਂ ਹੁਣ ਗੱਲ ਕਰ ਰਹੇ ਹਾਂ। ਦੂਸਰਾ ਭੇਦ ਇਸਰਾਇਲ ਦਾ ਇਸ ਯੁੱਗ ਵਿੱਚ ਅੰਨੇ ਹੋਣ ਦਾ ਭੇਦ ਹੈ। ਇਸਰਾਇਲ ਦਾ ਅੰਨੇ ਹੋ ਜਾਣਾ। ਉਹ ਕਿਉਂ ਅੰਨੇ? ਮਤਲਬ ਇਦਾਂ ਨਹੀਂ ਹੋਏ ਕਿ ਉਹਨਾਂ ਸਾਰਿਆਂ ਦੀਆਂ ਅੱਖਾਂ ਚਲੀਆਂ ਗਈਆਂ। ਅੰਨੇ ਹੋਣ ਦਾ ਭੇਦ ਜਿਹੜਾ ਖੁਦਾ ਇਸਰਾਇਲ ਦੇ ਨਾਲ ਨਬੀਆਂ ਦੇ ਦੁਆਰਾ ਗੱਲਾਂ ਕਰਦਾ ਰਿਹਾ, ਉਹ ਖੁਦਾ ਦੇਹ ਧਾਰ ਕੇ ਇਜ਼ਰਾਈਲ ਵਿੱਚ ਆ ਗਿਆ, ਪਰ ਇਜ਼ਰਾਈਲ ਨੇ ਉਹਨੂੰ ਪਛਾਣਿਆ ਨਹੀਂ। ਉਹਨਾਂ ਦੀਆਂ ਅੱਖਾਂ ਅੰਨੀਆਂ ਹੋ ਗਈਆਂ ਨੇ ਆਪਣੇ ਹੀ ਪ੍ਰਭੂ ਨੂੰ, ਜਿਹਦੀ ਉਹ ਇੰਤਜ਼ਾਰ ਕਰਦੇ ਸਨ, ਜਿਹਦੇ ਲਈ ਢੇਰ ਸਾਰੀਆਂ ਉਹਨਾਂ ਕੋਲੇ ਭਵਿੱਖਬਾਣੀਆਂ ਸੀ, ਲਿਖਤਾ ਕਿ ਸਾਡਾ ਖੁਦਾ ਜਿਹਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਹਾਂ, ਉਹ ਦੇਹ ਧਾਰੀ ਹੋ ਕੇ ਸਾਡੇ ਲੋਕਾਂ ਵਿੱਚ ਆਵੇਗਾ। ਲੇਕਿਨ ਜਦੋਂ ਆਇਆ, ਉਹਨਾਂ ਦੀਆਂ ਅੱਖਾਂ ਕੀ ਹੋ ਗਈਆਂ? ਅੰਨੀਆਂ ਹੋ ਗਈਆਂ। ਮੈਂ ਇੱਕ ਗੱਲੋਂ ਚੰਗਾ ਸਮਝਦਾ, ਜੇ ਉਹਨਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਤੇ ਫਿਰ ਤੁਹਾਡੇ ਮੇਰੇ ਤੱਕ ਇਹ ਪ੍ਰਚਾਰ ਦਾ ਮੌਕਾ ਨਹੀਂ ਸੀ ਮਿਲਣਾ। ਫਿਰ ਸਾਡੇ ਤੋਂ ਫਿਰ ਤਾਂ ਅਸੀਂ ਰਹਿ ਜਾਣਾ ਤੇ ਕਿੱਕਰ ਤੇ ਪਿੱਪਲ ਪੂਜਣ ਵਾਲੇ ਤੇ ਜੰਡ ਪੂਜਣ ਵਾਲੇ ਰਹਿ ਜਾਣਾ ਸੀ। ਫਿਰ ਸਾਨੂੰ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਅਸਲੀ ਉਪਾਸਨਾ ਕਿਹਦੀ ਕਰਨੀ ਹੈ। ਜੇ ਉਹਨਾਂ ਤੋਂ ਇਹ ਭੇਤ ਲੁਕਿਆ, ਉਹਨਾਂ ਦੀਆਂ ਅੱਖਾਂ ਉੱਤੇ ਪਰਦਾ ਪਿਆ, ਉਹਨਾਂ ਆਪਣੇ ਪ੍ਰਭੂ ਨੂੰ ਨਹੀਂ ਪਛਾਣਿਆ, ਤਾਂ ਹੀ ਪ੍ਰਭੂ ਯਿਸੂ ਮਸੀਹ ਨੇ ਆਖਿਆ ਹੁਣ ਸਾਰੇ ਜਗਤ ਵਿੱਚ ਜਾ ਕੇ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ, ਔਰ ਇਹ ਜਗਤ ਵਿੱਚੋਂ ਜਿਹੜਾ ਨੇਚਾ ਕਰੇ ਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇ। ਇਹ ਸ਼ਰਤ ਸੀ, ਜਿਹੜਾ ਨੇਚਾ ਕਰੇ ਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਹਦੇ ਉੱਤੇ ਸਜ਼ਾ ਦਾ ਲਿਖਿਆ ਹੁਕਮ। ਔਰ ਇਹ ਜਿਹੜੀ ਆਫਤਾਂ ਆ ਰਹੀਆਂ ਨੇ, ਜਿਹੜੀਆਂ ਸਜ਼ਾ ਆ ਰਹੀ ਹੈ, ਇਸ ਕਰਕੇ ਆ ਰਹੀ ਕਿਉਂਕਿ ਉਹਨਾਂ ਨੂੰ ਸੁਣਿਆ ਤੇ ਨੇਚਾ ਨਹੀਂ ਕੀਤੀ। ਜਿਹੜਾ ਨੇਚਾ ਨਾ ਕਰੇਗਾ ਉਹਦੇ ਉੱਤੇ ਸਜ਼ਾ ਦਾ ਹੁਕਮ ਆਵੇਗਾ। ਤਾਂ ਪ੍ਰਭੂ ਤੁਹਾਨੂੰ ਬਰਕਤ ਦੇ। ਇਜ਼ਰਾਇਲ ਨੂੰ ਦੂਜਾ ਭੇਦ ਸੀ, ਇਜ਼ਰਾਇਲ ਨੂੰ ਅੰਨੇ ਹੋ ਜਾਣਾ, ਤਾਂ ਕਿ ਗੈਰ ਕੌਮਾਂ ਲਈ, ਤੁਹਾਡੇ ਮੇਰੇ ਲਈ, ਹਰ ਇੱਕ ਬੰਦੇ ਲਈ ਰਸਤਾ ਖੁੱਲ ਸਕੇ, ਉਹਦੇ ਤੱਕ ਇਹ ਸੱਚਾਈ ਪਹੁੰਚ ਸਕੇ। ਜੇ ਉਹ ਵਿਸ਼ਵਾਸ ਕਰੇ ਤੇ ਉਹ ਬਚਾਇਆ ਜਾਵੇ, ਨਹੀਂ ਵਿਸ਼ਵਾਸ ਕਰਦਾ ਤੇ ਫਿਰ ਉਹ ਸਜ਼ਾ ਦਾ ਹੱਕਦਾਰ ਹੋਵੇਗਾ। ਤੀਸਰਾ ਭੇਦ ਇਸ ਯੁੱਗ ਦੇ ਅੰਤ ਸਮੇਂ ਦੇ ਜਿਉਂਦੇ ਸੰਤਾਂ ਦੇ ਸਰੀਰਾਂ ਦਾ ਬਦਲ ਜਾਣਾ, ਬਦਲਣ ਦਾ ਭੇਦ। ਤੀਜਾ ਭੇਦ ਕੀ ਸੀਗਾ? ਜਿਉਂਦੇ ਸਰੀਰਾਂ ਦਾ ਬਦਲ ਜਾਣਾ। ਹੁਣ ਥੋੜਾ ਰੁਕੋ ਇੱਥੇ। ਦੇਹਾਂ ਨੇ ਬਦਲ ਜਾਣਾ। ਇਹਨਾਂ ਵਿੱਚ ਕੋਸ਼ਿਕਾਵਾਂ ਕੁਛ ਇਦਾਂ ਦੀਆਂ ਨੇ ਜਿਹਨੂੰ ਅਸੀਂ ਭਾਵਨਾਵਾਂ ਕਹਿੰਦੇ ਆ। ਏਦਾਂ ਦੇ ਸੈੱਲ ਨੇ, ਬੰਦਿਆਂ ਦੇ ਅੰਦਰ ਵੀ ਨੇ, ਔਰਤਾਂ ਦੇ ਅੰਦਰ ਵੀ ਨੇ। ਇੱਕ ਦੂਜੇ ਨੂੰ ਵੇਖ ਕੇ ਭਾਵਨਾਵਾਂ, ਇੱਕ ਦੂਜੇ ਨਾਲ ਹੱਥ ਲੱਗ ਜਾਏ, ਭਾਵਨਾਵਾਂ ਗਲਤ ਜਗ੍ਹਾ ਤੇ ਜਾਂਦੀਆਂ ਨੇ। ਲੇਕਿਨ ਆਹ ਵਚਨ ਸੁਣਦਿਆਂ ਹੌਲੀ ਹੌਲੀ ਬੰਦਾ ਬਦਲਦਾ ਹੈ। ਠੀਕ ਹੈ, ਜਦੋਂ ਵਿਚਾਰ ਬਦਲਦੇ ਨੇ, ਫਿਰ ਇਹਨਾਂ ਦੇਹਾਂ ਨੇ ਵੀ ਬਦਲ ਜਾਣਾ ਹੈ। ਜਦ ਅਸੀਂ ਉਠਾਏ ਜਾਣਾ ਹੈ, ਸਾਡੇ ਕੋਲੇ ਦੇਹਾਂ ਇੱਕਦਮ ਬਦਲ ਜਾਣਗੀਆਂ। ਬਾਈਬਲ ਦੇ ਇਹਦਾ ਕਿਹਾ ਹੈ, ਇੱਕਦਮ ਬਦਲ ਜਾਵਾਂਗੇ। ਕਿੰਨਾ ਚਿਰ? ਅੱਖ ਦੀ ਚਮਕ ਚ ਲਿਖਿਆ ਹੈ। ਅੱਖ ਦੀ ਚਮਕ, ਅੱਖ ਚਮਕਣ ਲੱਗਿਆ ਟਾਈਮ ਨਹੀਂ ਲੱਗਦਾ, ਗਿਣਤੀ ਵੀ ਨਹੀਂ ਹੁੰਦੀ ਕਿ 1 ਮਿੰਟ ਵਿੱਚ ਬੰਦਾ ਕਿੰਨੀ ਵਾਰ ਅੱਖ ਚਮਕ ਲੈਂਦਾ। ਅੱਖ ਚਮਕਣ ਦੇ ਨਾਲ ਹੀ ਤੁਹਾਡੀਆਂ ਮੇਰੀਆਂ ਦੇਹਾਂ ਬਦਲ ਜਾਣਗੀਆਂ। ਜਿੰਨੀਆਂ ਸਾਰੀਆਂ ਗੁਨਾਹ ਵਾਲੀਆਂ ਸੋਚਾਂ ਨੇ, ਕੋਸ਼ਿਕਾਵਾਂ ਨੇ, ਇਹ ਸਾਰੇ ਵਿਚਾਰ ਬਦਲ ਜਾਣਗੇ, ਖਤਮ ਹੋ ਜਾਣਗੇ। ਐਦਾਂ ਬਾਈਬਲ ਲਿਖਿਆ। ਤੀਜਾ ਭੇਦ ਜਿਉਂਦੇ ਸੰਤਾਂ ਦੀਆਂ ਦੇਹਾਂ ਦਾ ਬਦਲ ਜਾਣਾ। ਦੇਹਾਂ ਦਾ ਬਦਲ। ਦੇਖੋ ਤੁਸੀਂ ਚਰਚ ਆ ਰਹੇ ਹੋ, ਜੇ ਤੁਹਾਡੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਨਾ, ਤੇ ਫਿਰ ਘਰ ਜਾ ਕੇ ਜ਼ਰੂਰ ਸੋਚੋ। ਘਰੇ ਜਾਇਓ ਤੇ ਸੋਚੋ, ਮੈਂ ਇੰਨੇ ਚਿਰ ਦੀ ਚਰਚ ਜਾ ਰਹੀ ਹਾਂ, ਮੈਂ ਇੰਨੇ ਚਿਰ ਦਾ ਚਰਚ ਜਾ ਰਿਹਾ ਹਾਂ, ਮੇਰੇ ਚ ਕੀ ਬਦਲਾਅ ਆਇਆ? ਬਦਲਾਅ ਆਉਣਾ ਜ਼ਰੂਰੀ ਹੈ। ਤੁਹਾਡੇ ਵਿੱਚ ਤਬਦੀਲੀ ਆਉਣੀ ਬਹੁਤ ਜ਼ਰੂਰੀ ਹੈ। ਤਬਦੀਲੀ ਮੈਂ ਨਹੀਂ ਲਿਆ ਸਕਦਾ, ਤਬਦੀਲੀ ਇੱਥੇ ਕੋਈ ਡੀਕਨ ਨਹੀਂ ਲਿਆ ਸਕਦਾ,
ਤਬਦੀਲੀ ਲੈ ਕੇ ਆਉਂਦਾ ਪਵਿੱਤਰ ਆਤਮਾ। ਜਦੋਂ ਤੁਸੀਂ ਇਹ ਵਚਨ ਪੂਰੇ ਰੀਝ ਤੇ ਚਾਅ ਨਾਲ ਵਚਨ ਸੁਣਦੇ ਹੋ, ਇਸ ਵਚਨ ਦੇ ਉੱਤੇ ਪਵਿੱਤਰ ਆਤਮਾ ਉਤਰਦਾ ਹੈ। ਬਾਈਬਲ ਨੇ ਕਿਹਾ ਹੈ, ਲਿਖਤ ਹੈ ਬਾਈਬਲ ਚ, ਆਮੀਨ। ਕਿਉਂਕਿ ਪਵਿੱਤਰ ਆਤਮਾ ਉਤਰਨਾ ਕਿਹਦੇ ਉੱਤੇ ਹੈ? ਉਹਨੇ ਲੇਲੇ ਉੱਤੇ ਉਤਰਨਾ, ਬਗਿਆੜ ਤੇ ਨਹੀਂ, ਲੇਲੇ ਉੱਤੇ ਉਤਰਨਾ। ਇਹਦੇ ਲਈ ਤੁਹਾਨੂੰ ਲੇਲਾ ਬਣਨਾ ਪੈਣਾ ਆ, ਲੇਲੇ ਵਰਗਾ ਸੁਭਾਅ। ਲੇਲੇ ਨੂੰ ਇੱਕ ਅਜਾਲੀ ਦੀ ਲੋੜ ਹੁੰਦੀ ਆ, ਲੇਲੇ ਨੂੰ ਇੱਕ ਆਗੂ ਦੀ ਲੋੜ ਹੁੰਦੀ ਆ। ਅੱਜ ਕੁਝ ਲੋਕ ਕਹਿੰਦਾ ਦੇ ਅੱਜ ਉੱਥੇ, ਕੱਲ ਉੱਥੇ, ਪਰਸੋਂ ਉੱਥੇ। ਸਾਨੂੰ ਇੱਕ ਅਜਾਲੀ ਦੀ ਲੋੜ ਆ। ਸਾਡਾ ਅਜਾਲੀ ਪ੍ਰਭੂ ਯਿਸੂ ਮਸੀਹ ਹੈ। ਤੀਸਰਾ ਭੇਦ, ਜਿਉਂਦੇ ਸੰਤਾਂ ਦਾ ਬਦਲ ਜਾਣਾ। ਜਦੋਂ ਤੁਸੀਂ ਬਦਲ ਜਾਓਗੇ, ਤੁਹਾਡੇ ਅੰਦਰ ਬਦਲੇ ਵਾਲੀ ਭਾਵਨਾ ਖਤਮ ਹੋ ਜਾਏਗੀ। ਫਿਰ ਕੁੱਤੇ ਜਿਹੇ ਲਈ ਬਦਲਾ ਲੈਣ ਦੀ ਕੋਈ ਇੱਛਾ ਨਹੀਂ ਰਹਿ ਜਾਂਦੀ। ਕਿਉਂਕਿ ਸਾਡੇ ਨਬੀ ਨੇ ਕਿਹਾ, ਦੁਲਹਨ ਬਦਲੇ ਦੀ ਆਸ ਨਹੀਂ ਰੱਖਦੀ, ਕਦੀ ਵੀ ਬਦਲੇ ਦੀ ਆਸ ਨਹੀਂ। ਉਹਨਾਂ ਨੂੰ ਪਤਾ ਹੈ ਖੁਦਾ ਨੇ ਵਾਅਦਾ ਕੀਤਾ ਕਿ ਮੈਂ ਹੀ ਤੁਹਾਡਾ ਬਦਲਾ, ਮੈਂ ਹੀ ਤੁਹਾਡਾ ਵੱਟਾ ਲਵਾਂ। ਜਿਹੜੀ ਪ੍ਰਭੂ ਦੀ ਬ੍ਰਾਈਡ ਆ, ਉਹ ਮਾਫ ਕਰ ਦਿੰਦੇ ਆ ਇੱਕ ਦੂਜੇ ਨੂੰ। ਆਮੀਨ। ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਸਾਡੇ ਗੁਨਾਹ ਇੰਨੇ ਸੀ, ਸਾਡੇ ਮਾਂ ਪਿਓ ਦੇ, ਦਾਦੇ ਪੜਦਾਦੇ ਦੇ ਪਿਛਲੇ ਜਿਹੜੇ ਚਲੇ ਆਉਂਦੇ ਸਾਰੇ ਸਾਡੇ ਖਾਤੇ ਵਿੱਚ ਪੈ ਗਏ ਨੇ। ਔਰ ਇਹਨਾਂ ਤੋਂ ਸਾਨੂੰ ਪ੍ਰਭੂ ਨੇ ਗੁਨਾਹਾਂ ਤੋਂ ਛੁਟਕਾਰਾ ਦਿੱਤਾ। ਪਰ ਲਿਖਿਆ ਜੇ ਤੁਸੀਂ ਇੱਕ ਦੂਸਰੇ ਦੇ ਅਪਰਾਧ ਮਾਫ ਕਰਦੇ ਹੋ ਤੇ ਤੁਹਾਡੇ ਵੀ ਮਾਫ ਕੀਤੇ ਜਾਣਗੇ। ਜਿਉਂਦੇ ਸੰਤਾਂ ਦਾ ਬਦਲਣਾ। ਆਮੀਨ। ਜੇ ਤੁਹਾਡਾ ਕੋਈ ਬਦਲਾਅ ਨਹੀਂ ਹੋਇਆ ਤੇ ਮੈਂ ਤੁਹਾਨੂੰ ਕਹਾਂਗਾ, ਘਰੇ ਜਾਇਓ, ਚੰਗੀ ਤਰ੍ਹਾਂ ਗੰਭੀਰਤਾ ਨਾਲ ਸੋਚੋ ਵੀ ਮੈਨੂੰ ਇੰਨਾ ਚਿਰ ਚਰਚ ਜਾਂਦੀ ਨੂੰ, ਜਾਂ ਇੰਨਾ ਚਿਰ ਮੈਨੂੰ ਚਰਚ ਜਾਂਦੇ ਨੂੰ ਹੋ ਗਿਆ, ਮੇਰਾ ਬਦਲਾਅ ਕੀ ਹੋਇਆ? ਕਿਉਂਕਿ ਜੇ ਤੁਹਾਡਾ ਬਦਲਾਅ ਨਹੀਂ ਹੋਇਆ ਤਾਂ ਤੁਸੀਂ ਖਤਰੇ ਵਿੱਚ ਜੇ। ਠੀਕ ਹੈ ਨਾ? ਤੁਸੀਂ ਖਤਰੇ ਵਿੱਚ ਜੇ ਤੁਹਾਡਾ ਬਦਲਾਅ ਨਹੀਂ ਹੋਇਆ। ਬਦਲਣਾ ਬਹੁਤ ਜ਼ਰੂਰੀ ਹੈ। ਸੁਣੀਏ ਧਿਆਨ ਨਾਲ। ਚੌਥਾ ਭੇਦ ਯਹੂਦੀਆਂ ਅਤੇ ਗੈਰ ਕੌਮਾਂ ਰਾਹੀਂ ਨਵੇਂ ਨੇਮ ਦੀ ਕਲੀਸਿਆ ਦਾ ਇੱਕ ਦੇਹ ਦੇ ਰੂਪ ਵਿੱਚ ਨਿਰਮਾਣ ਕਰ ਰਿਹਾ ਹੈ। ਚੌਥਾ ਭੇਦ ਆ, ਕੁਝ ਯਹੂਦੀ ਹੋਣਗੇ, ਇਜ਼ਰਾਈਲੀ ਹੋਣਗੇ, ਕੁਝ ਗੈਰ ਕੌਮਾਂ ਤੋਂ, ਕੁਝ ਸਿੱਖਾਂ ਤੋਂ, ਕੋਈ ਜਿੰਨੀਆਂ ਵੀ ਇੱਥੇ ਧਰਤੀ ਦੇ ਉੱਤੇ ਕੌਮਾਂ ਨੇ, ਉਹਨਾਂ ਵਿੱਚੋਂ ਕੋਈ ਮੁਸਲਮਾਨਾਂ ਵਿੱਚੋਂ, ਕੋਈ ਮਜਬੀ ਸਿੰਘਾਂ ਵਿੱਚੋਂ, ਕੋਈ ਸਿੱਖਾਂ ਵਿੱਚੋਂ, ਕੋਈ ਪੰਡਤਾਂ ਵਿੱਚੋਂ, ਕੋਈ ਘੁਮਿਆਰ ਸਿੱਖਾਂ ਵਿੱਚੋਂ, ਕੋਈ ਰਾਏ ਸਿੱਖਾਂ ਵਿੱਚੋਂ, ਇਹ ਸਭ ਇਕੱਠੇ ਹੋਣਗੇ ਤੇ ਪ੍ਰਭੂ ਦੀ ਇੱਕ ਦੇਹ ਹੋਏਗੀ। ਇਹ ਮਿਲ ਕੇ ਪ੍ਰਭੂ ਦੀ ਇੱਕ ਕਲੀਸਿਆ ਹੋਏਗੀ, ਜਿਨ੍ਹਾਂ ਦੇ ਉੱਤੇ ਉਹ ਸਿਰ ਪ੍ਰਭੂ ਯਿਸੂ ਮਸੀਹ ਜੋ ਕਿ ਵਚਨ ਆ, ਉਹ ਜੁੜਦਾ ਹੈ। ਵਚਨ ਜੁੜਦਾ ਉਹਨਾਂ ਤੇ। ਹੈਡਸਟੋਨ, ਉਹ ਚੋਟੀ ਦਾ ਪੱਥਰ ਜਿਹਦੇ ਬਾਰੇ ਬਾਈਬਲ ਦੇ ਅੰਦਰ ਵਾਅਦਾ ਕੀਤਾ ਗਿਆ ਹੈ, ਔਰ ਉਹ ਪ੍ਰਭੂ ਦੀ ਦੇਹ ਜਿਨੇ 1000 ਸਾਲ ਧਰਤੀ ਦੇ ਉੱਤੇ ਰਾਜ ਕਰਨਾ ਹੈ। ਆਮੀਨ। ਸੁਣੀਏ ਜਰਾ। ਚੌਥਾ ਭੇਦ ਯਹੂਦੀਆਂ ਅਤੇ ਗੈਰ ਕੌਮਾਂ ਦੇ ਰਾਹੀਂ ਨਵੇਂ ਨੇਮ ਦੀ ਕਲੀਸਿਆ ਦਾ ਇੱਕ ਦੇਹ ਦੇ ਰੂਪ ਵਿੱਚ ਨਿਰਮਾਣ ਕਰਨਾ ਹੈ। ਇੱਕ ਦੇਹ ਦੇ ਰੂਪ ਵਿੱਚ ਉਹਨਾਂ ਦਾ ਨਿਰਮਾਣ ਹੋਣਾ। ਕਿਸੇ ਨੇ ਕਿਤੋਂ ਨਿਕਲਣਾ ਆ, ਕਿਸੇ ਨੇ ਕਿਤੋਂ ਨਿਕਲਣਾ ਆ, ਕਿਸੇ ਨੇ ਕਿਸੇ ਕੌਮ ਵਿੱਚੋਂ ਬਾਹਰ ਆਉਣਾ, ਕਿਸੇ ਨੇ ਕਿਸੇ ਸੰਗਤੀ ਕਲੀਸਿਆ ਚੋਂ ਬਾਹਰ ਆਉਣਾ ਹੈ। ਪ੍ਰਭੂ ਦੀ ਇੱਕ ਦੇਹ ਬਣਦੀ ਹੈ। ਇਹ ਲੋਕ ਬਹੁਤੇ ਨਹੀਂ ਹੋਣਗੇ, ਥੋੜੇ ਲੋਕ ਹੋਣਗੇ ਜਿਨ੍ਹਾਂ ਦੀ ਸਮਝ ਪ੍ਰਭੂ ਖੋਲੇਗਾ। ਉਹ ਪੂਰੀ ਤਰ੍ਹਾਂ ਸੰਸਾਰ ਦੀਆਂ ਖਿੱਚਾਂ ਤੋਂ ਅਲੱਗ ਹੋਣਗੇ। ਉਹਨਾਂ ਉੱਤੇ ਕੋਈ ਸੰਸਾਰ ਦਾ ਅਟਰੈਕਸ਼ਨ, ਕੋਈ ਖਿੱਚ ਨਹੀਂ ਹੋਵੇਗੀ। ਉਹ ਸੰਸਾਰ ਤੋਂ
ਉਹਨਾਂ ਦੀ ਜ਼ਿੰਦਗੀ ਅਲੱਗਾ ਹੋਵੇਗੀ, ਉਹਨਾਂ ਦਾ ਵਿਸ਼ਵਾਸ ਅਲੱਗਾ ਹੋਵੇਗਾ। ਔਰ ਇਹ ਗਰੁੱਪ ਆ ਜਿਹੜਾ ਜਿਉਂਦਾ ਅਸਮਾਨ ਤੇ ਜਾਣ ਵਾਲਾ ਹੈ। ਬਿਲਕੁਲ ਬਿਲकुल ਸਤਿ ਬਿਲਕੁਲ। ਪੰਜਵਾਂ ਭੇਤ ਕਲੀਸਿਆ ਦਾ ਮਸੀਹ ਦੀ ਲਾੜੀ ਦੇ ਰੂਪ ਵਿੱਚ ਹੋਣਾ ਹੈ। ਪੰਜਵਾਂ ਭੇਤ ਕੀ ਆ? ਇੱਕ ਕਲੀਸਿਆ ਮਸੀਹ ਦੀ ਲਾੜੀ ਦੇ ਰੂਪ ਵਿੱਚ। ਆਮੀਨ। ਜਿੱਦਾਂ ਇੱਕ ਪਤਨੀ ਇੱਕ ਲਾੜੀ ਜਿਹੜੀ ਆ ਉਹ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਦੀ ਨਹੀਂ ਹੋ ਸਕਦੀ ਜਿਉਂਦੇ ਜੀ, ਏਦਾਂ ਹੀ ਪ੍ਰਭੂ ਦੀ ਇੱਕ ਕਲੀਸਿਆ ਹੋਵੇਗੀ, ਪ੍ਰਭੂ ਦੀ ਇੱਕ ਦੁਲਹਨ ਦੇ ਰੂਪ ਵਿੱਚ ਦੇਹ ਹੋਵੇਗੀ, ਕਲੀਸਿਆ ਹੋਵੇਗੀ ਜਿਹੜੀ ਕੇਵਲ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਵੱਲੇ ਕੋਈ ਝੁਕੇਗੀ ਨਹੀਂ, ਕਿਸੇ ਵੱਲੇ ਨਹੀਂ ਤੱਕੇਗੀ। ਕੇਵਲ ਉਹਨਾਂ ਦਾ ਵਿਸ਼ਵਾਸ ਪ੍ਰਭੂ ਤੇ ਹੋਵੇਗਾ, ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਪ੍ਰਭੂ ਹੋਏਗਾ ਔਰ ਉਹ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਤੱਕਣਗੇ, ਵੇਖਣਗੇ। ਇਹ ਆ ਕੁਝ ਲੋਕ ਸਾਰੇ ਸੰਸਾਰ ਵਿੱਚ ਉਹਨਾਂ ਦਾ ਇੱਕ ਹੋਣਾ। ਹੁਣ ਇੱਕ ਵੇਖੋ, ਇੰਗਲੈਂਡ ਵਾਲੇ ਇੱਥੇ ਨਹੀਂ ਆ ਸਕਦੇ, ਅਸੀਂ ਇੰਗਲੈਂਡ 'ਚ ਨਹੀਂ ਜਾ ਸਕਦੇ। ਪਾਕਿਸਤਾਨ ਦੇ ਵਿੱਚ ਸਾਡੇ ਵਿੱਚ ਇੱਕ ਸਰਹੱਦ ਆ, ਤਾਰ ਲੱਗੀ ਹੋਈ ਆ, ਤਾਰ ਤੋਂ ਇਲਾਵਾ ਪਾਬੰਦੀ ਹੈ, ਤਾਰ ਨਾ ਵੀ ਹੋਵੇ ਤਾਂ ਅਸੀਂ ਜਾ ਨਹੀਂ ਸਕਦੇ। ਪਰ ਇੱਕ ਕਿਵੇਂ ਹੋਣਗੇ? ਇਹ ਸਰੀਰ ਵਿੱਚ ਇੱਕ ਨਹੀਂ ਹੋਣਗੇ, ਇਹ ਬਾਈਬਲ ਦੇ ਵਿਸ਼ਵਾਸ ਵਿੱਚ ਇੱਕ ਹੋਣਗੇ। ਜਿਹੜਾ ਵਿਸ਼ਵਾਸ ਇੱਥੇ ਕੁਝ ਲੋਕਾਂ ਕੋਲ ਆ, ਉਹੀ ਵਿਸ਼ਵਾਸ ਸਰਹੱਦ ਦੇ ਪਾਰ ਪਾਕਿਸਤਾਨ ਵਾਲਿਆਂ ਕੋਲ ਹੋਵੇਗਾ। ਉਹੀ ਵਿਸ਼ਵਾਸ ਅੱਗੇ ਜਾ ਕੇ ਕੈਨੇਡਾ, ਅਮਰੀਕਾ, ਇੰਗਲੈਂਡ ਉਹਨਾਂ ਕੋਲੇ ਹੋਵੇਗਾ। ਵਿਸ਼ਵਾਸ ਵਿੱਚ ਉਹ ਕੀ ਹੋਣਗੇ? ਜੇ ਖੁਦਾ ਇੱਕ ਆ ਤੇ ਉਹਨਾਂ ਦਾ ਵਿਸ਼ਵਾਸ ਇੱਕ ਖੁਦਾ ਤੇ ਆ। ਉਹਨਾਂ ਦਾ ਬਹੁਤੇ ਖੁਦਾਵਾਂ ਉੱਤੇ ਵਿਸ਼ਵਾਸ ਹੈ ਨਹੀਂਗਾ। ਜੇ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆ ਤੇ ਉਹਨਾਂ ਦਾ ਤੇ ਸਾਡਾ ਵਿਸ਼ਵਾਸ ਇੱਕ ਹੋਵੇਗਾ। ਆਮੀਨ। ਔਰ ਵਿਸ਼ਵਾਸ ਵਿੱਚ ਸਾਰੀ ਦੁਨੀਆ ਵਿੱਚੋਂ ਇੱਕ ਦੇਹ ਹੋਣਗੇ। ਜੀ ਸੁਣੀਏ ਜਰਾ, ਪੜ੍ਹੀਏ। ਛੇਵਾਂ ਭੇਤ ਇਹ ਆ ਜਿਹੜੇ ਖੁੱਲੇ ਨੇ ਭੇਤ। ਮੈਂ ਦੱਸ ਰਿਹਾ ਇਹ ਮੋਹਰਾਂ ਵਿੱਚ ਜਿਹੜੇ ਭੇਤ ਖੁੱਲੇ ਨੇ। ਛੇਵਾਂ ਭੇਤ ਨਬੀ ਨੇ ਕਿਹਾ ਇਹ ਆ ਜਿਹੜਾ ਖੁੱਲ ਕੇ ਸਾਹਮਣੇ ਆਇਆ ਸਾਡੇ ਜਿਉਂਦੇ ਮਸੀਹ ਦਾ ਕੱਲ, ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੁੰਦਾ ਹੈ। ਜਿਉਂਦਾ ਖੁਦਾ ਉਹ ਜਿਹੜਾ ਕੱਲ ਯਾਨੀ ਬੀਤ ਗਿਆ ਸਮਾਂ, ਅੱਜ ਤੇ ਯੁਗੋ ਯੁਗ ਕੀ ਆ? ਕੁਝ ਲੋਕ ਕਹਿੰਦੇ ਹਾਂ ਖੁਦਾ ਇਸੇ ਧਰਤੀ ਤੇ ਸੀ, ਉਦੋਂ ਇਹ ਕੰਮ ਕਰਦਾ ਸੀ, ਉਦੋਂ ਬਿਮਾਰਾਂ ਨੂੰ ਚੰਗਿਆ ਕਰਦਾ ਸੀ, ਉਦੋਂ ਮੁਰਦਿਆਂ ਨੂੰ ਜ਼ਿੰਦਾ ਕਰਦਾ ਸੀ, ਹੁਣ ਵੀ ਕਰਦਾ ਹੈ। ਤੇ ਉਹ ਕੱਲ ਤੇ ਅੱਜ ਤੇ ਯੁਗੋ ਯੁਗ ਇੱਕੋ ਜਿਹਾ ਹੈ। ਤੇ ਹੁਣ ਉਹ ਮੁਰਦਿਆਂ ਨੂੰ ਜ਼ਿੰਦਾ ਨਹੀਂ ਕਰਦਾ, ਉਹ ਅੱਜ ਬਿਮਾਰਾਂ ਨੂੰ ਚੰਗਿਆ ਨਹੀਂ ਕਰਦਾ। ਜੇ ਉਦੋਂ ਉਹਨੇ 5000 ਨੂੰ 5 ਰੋਟੀਆਂ ਨਾਲ ਰਜਾ ਦਿੱਤਾ ਤਾਂ ਵੀ 12 ਟੋਕਰੇ ਬਚ ਗਏ, ਉਹ ਖੁਦਾ ਅੱਜ ਨਹੀਂ ਹੈਗਾ। ਉਹ ਤੁਹਾਡੇ ਭੋਜਨ ਦੇ ਉੱਤੇ ਬਰਕਤ ਨਹੀਂ ਦੇ ਸਕਦਾ। ਮੈਨੂੰ ਯਾਦ ਆ, ਮੈਂ ਇੱਕ ਵਾਰ ਫਰੀਦਕੋਟ ਬੰਦਗੀ ਤੇ ਗਿਆ ਔਰ ਜਦੋਂ ਪਹੁੰਚੇ ਰਸਤੇ 'ਚ ਇੱਕ ਪਿੰਡ ਆਉਂਦਾ ਹੈ, ਨੰਗ ਕੇ ਕੀ ਨਾ ਪਿੰਡ ਦਾ, ਪਿਪਲੀ। ਉਹਦੇ ਅਗਲੇ ਪਾਸੇ ਕੁਝ ਘਰ ਆਉਂਦੇ ਨੇ, ਉੱਥੇ ਜਾ ਕੇ ਰਿਜ਼ਰਵ ਲੱਗ ਗਿਆ। ਸਕੂਟਰ ਸੀ, ਸਕੂਟਰ ਉਹਨਾਂ ਦੇ ਵਿੱਚ ਤੇਲ ਕਾਫੀ ਖਾਂਦੇ ਸੀ। ਮੈਨੂੰ ਇਹ ਚਿੰਤਾ ਸੀ ਕਿ ਮੈਂ ਕਿਹਾ ਵੀ ਹੁਣ ਵਾਪਸ ਨਹੀਂ ਪਹੁੰਚ ਸਕੇਗਾ, ਪੈਟਰੋਲ ਵੀ ਪਾਉਣਾ ਹੈ। ਉਧਰੋਂ ਬਾਰ-ਬਾਰ ਪਤਾ ਲੱਗ ਰਿਹਾ ਸੀ ਬੰਦਗੀ ਚੱਲ ਰਹੀ ਹੈ, ਜਲਦੀ ਆ ਜਾਓ, ਜਲਦੀ ਆ ਜਾਓ, ਤੁਹਾਡੀ ਇੰਤਜ਼ਾਰ ਹੋ ਰਹੀ ਹੈ, ਆ ਕੇ ਤੁਸੀਂ ਵਚਨ ਪ੍ਰਚਾਰਨਾ ਹੈ। ਮੈਂ ਕਿਹਾ ਚਲੋ ਹੱਟ ਦੀ ਵਾਰ ਪਵਾ ਲਾਂਗੇ। ਹੱਟ ਦੀ ਵਾਰ ਆਏ, ਜਦੋਂ ਵੇਖਿਆ ਕਈਆਂ ਪੰਪਾਂ ਦੇ ਉੱਤੇ ਘੁੰਮਦਿਆਂ ਘੁਮਾਉਂਦਿਆਂ ਵੀ ਜਿਹੜਾ ਥੋੜਾ ਬਹੁਤ ਹੈ ਸੀ,
ਮੈਂ ਸਮਝਦਾ ਉਹ ਵੀ ਘਟ ਗਿਆ। ਹੁਣ ਵਿਚਾਰ ਇਹ ਸੀ ਕਿ ਘਰ ਜਾਣਾ, ਘਰ ਹੀ ਹੈ ਵਾਪਸ। ਦੁਆ ਕੀਤੀ, ਪ੍ਰਾਰਥਨਾ ਕੀਤੀ ਕਿ ਪ੍ਰਭੂ ਹੁਣ ਪੰਪ ਦਾ ਕੋਈ ਖੁੱਲਾ ਕੋਈ, ਤੇ ਤੂੰ ਇਹਦੇ ਵਿੱਚ ਪੰਪ ਫੇਟ ਕਰ ਸਕਦਾ ਹੈ। ਮੈਂ ਤੁਹਾਨੂੰ ਬਾਈਬਲ ਫੜ ਕੇ ਵਿਸ਼ਵਾਸ ਦਵਾਉਣਾ, ਮੈਂ ਝੂਠ ਨਹੀਂ ਬੋਲਦਾ। ਮੈਂ ਘਰ ਵੀ ਆਰਾਮ ਨਾਲ ਆਇਆ, ਸ਼ਹਿਰ ਸੋਣੀ ਦੇ ਵੀ 2 ਗੇੜੇ ਲਾਏ, ਤੇ ਫਿਰ ਜਾ ਕੇ ਉਹ ਪੈਟਰੋਲ ਖਤਮ ਹੋਇਆ। ਨਹੀਂ ਤਾਂ ਮੈਨੂੰ ਪਤਾ ਵੀ ਉਹ ਮੇਰਾ ਸ਼ੂਗਰ ਕਿੰਨਾ ਤੇਲ ਖਾਂਦਾ ਸੀ, ਪਰ ਇਹ ਕੌਣ ਸੀ? ਇਹ ਉਹ ਖੁਦਾ ਸੀ। ਯਿਸੂ ਮਸੀਹ ਕੱਲ ਅੱਜ ਜੁਗੋ ਜੁਗ ਕੀ ਹੈ। ਹੁਣ ਵੀ ਵਿਸ਼ਵਾਸ ਕਰੋ, ਕਿਤੇ ਨਹੀਂ, ਇੱਥੇ ਹੀ ਆ ਉਹ, ਇੱਥੇ ਤੁਹਾਡੇ ਵਿੱਚ ਆ। ਮੈਂ ਤੇ ਜੱਜ ਘਰੇ ਜਾ ਰਿਹਾ ਸੀ ਕਿਤੇ ਮੀਟਿੰਗ ਤੇ, ਕਿਸੇ ਦਾ ਫੋਨ ਆਇਆ ਕਿ ਮੇਰੇ ਸੈੱਲ ਬਹੁਤ ਥੋੜੇ ਰਹਿ ਗਏ ਨੇ, ਡਾਕਟਰਾਂ ਨੇ ਖਤਰੇ ਵਿੱਚ ਕਿਹਾ। ਆਪਾਂ ਦੋਨੋਂ ਸੀ, ਬਲੱਡ ਵੀ 3 ਗ੍ਰਾਮ ਰਹਿ ਗਿਆ ਹੈ। ਮੈਂ ਪਾਸੇ ਤੇ ਗੱਡੀ ਸ਼ਾਇਦ ਖੜੀ ਕਰਕੇ ਪ੍ਰਾਰਥਨਾ ਕੀਤੀ, ਤੇ ਉਦੋਂ ਹੀ ਪ੍ਰਭੂ ਨੇ ਮੈਨੂੰ ਕਿਹਾ ਵੀ ਇਹਨੂੰ ਕਹਿ ਦੇ ਜਾ ਹੁਣੇ ਜਾ ਕੇ ਚੈੱਕ ਕਰਵਾ ਲੈ। ਮੈਂ ਉਹਨੂੰ ਕਿਹਾ ਚਿੰਤਾ ਨਾ ਕਰੀ, ਜਾ ਆਪਣੇ ਸੈੱਲ ਚੈੱਕ ਕਰਵਾ ਲਾ, ਆਪਣਾ ਬਲੱਡ ਚੈੱਕ ਕਰਵਾ ਲਾ, ਤੇਰਾ ਸਾਰਾ ਕੁਝ ਪੂਰਾ ਹੈ। ਕਿਉਂਕਿ ਉਹ ਕੱਲ ਅੱਜ ਤੇ ਜੁਗੋ ਜੋ ਕੀ ਹੈ, ਇੱਕੋ ਜਿਹਾ ਖੁਦਾ ਨੇ ਉਹਨੂੰ ਚੱਲਿਆ ਕਰ। ਤੁਹਾਡੇ ਚੋਂ ਵੀ ਕਿਸੇ ਦੇ ਉੱਤੇ ਕੋਈ ਇਦਾਂ ਦੀ ਕਿਰਪਾ ਹੋਈ ਆ? ਮੈਂ ਤੇ 1-2 ਸੋਚਦਾ ਹੀ ਹੱਥ ਖੜੇ ਹੋਣਗੇ, ਪਰ ਤਾਂ ਸਾਡਾ ਪ੍ਰਭੂ ਸਾਰਾ ਕੁਝ ਹੀ ਕਰ ਸਕਦਾ ਹੈ, ਕਿਉਂਕਿ ਉਹ ਕੱਲ ਅੱਜ ਤੇ ਜੁਗੋ ਜੁਗ ਇੱਕੋ ਜਿਹਾ। ਉਹੀ ਹੈ ਕਿ ਜਿਹਨੇ ਵਾਅਦਾ ਕੀਤਾ ਹੈ ਕਿ ਮੈਂ ਯੁੱਗ ਦੇ ਆਖਰ ਤੱਕ, ਅੰਤ ਤੱਕ, ਹਰ ਵੇਲੇ ਤੁਹਾਡੇ ਨਾਲ। ਉਹਨੇ ਇਹ ਨਹੀਂ ਕਿਹਾ ਮੈਂ ਰਾਤ ਨੂੰ 10 ਵਜੇ ਤੱਕ ਤੁਹਾਡੇ ਨਾਲ ਆ, ਤੇ ਉਸ ਤੋਂ ਬਾਅਦ ਮੈਂ ਸੌਣਾ ਹੈ, ਤੇ ਫਿਰ ਸਵੇਰੇ 6 ਵਜੇ ਤੁਹਾਡੇ ਨਾਲ ਹੋਵਾਂਗਾ। ਹਰ ਵੇਲੇ ਲਿਖਿਆ ਹੈ। और लिखा तेरा राखा ना कदे उंगलावे तेरे रब नूं नींदर भी ना। तुसीं सौंदे हो पर वो तुहाडी राखी करदा। बरकत पढ़िए शाबाश। सतवां भेद खुदा दा है। सतवां भेद खुदा दा भेद आ, बल्कि मसीह दा है। ये भेद मसीह दा भेद आ जिहदे विच खुदा दी सारी भरपूरी दे संदेह वास करदी है। ठीक है, जिहदे विच सारी खुदा दी भरपूरी, अद्धी सामर्थ अद्धी ताकत नहीं, पूरी दी पूरी ताकत खुदा दी जिहड़ी आ सामर्थ आ वो तुहाडे विच वास करदी आ। ਅਤੇ ਉਸ ਮਸੀਹ ਦੇ ਦੁਆਰਾ ਜਿਹਦੇ ਵਿੱਚ ਸਾਰਾ ਗਿਆਨ ਅਤੇ ਖੁਦਾ ਦੇ ਸਾਰੇ ਗੁਣ ਸਨ, ਜਿਹੜਾ ਖੁਦਾ ਦਾ ਸਾਰਾ ਗਿਆਨ ਤੇ ਸਾਰੇ ਗੁਣ ਸੀਗੇ, ਦੇ ਰਾਹੀਂ ਮਨੁੱਖ ਨੂੰ ਉਹਦੀ ਮੂਲ ਹਾਲਤ ਵਿੱਚ ਵਾਪਸ ਲਿਆਉਂਦਾ ਹੈ। ਇਹ ਸਾਰਾ ਕੁਝ ਤੁਹਾਡੇ ਅੰਦਰ ਵਾਪਸ ਆ ਗਿਆ ਹੈ। ਆਓ ਥੋੜਾ ਇਹਦੇ ਤੋਂ ਬਾਈਬਲ ਦੀਆਂ ਕੁਝ ਲਿਖਤਾਂ ਪੜ੍ਹੀਏ। ਆਪਾਂ ਬਾਈਬਲ ਦੀਆਂ ਲਿਖਤਾਂ ਪੜ੍ਹੀਏ। ਸ਼ਾਬਾਸ਼। ਕੋਲੱਸੀਆਂ ਪਹਿਲਾਂ ਦੇ ਉਹਦੀ 27, 28 ਤੇ 29 ਆਇਤ ਨੂੰ ਬੜੇ ਹੀ ਆਰਾਮ ਨਾਲ ਸੁਣਿਓ ਜਰਾ। ਕੋਲੱਸੀਆਂ ਕਿੰਨਾ 23 ਪਹਿਲਾਂ ਦੇ 27, 28 ਤੇ 29 ਆਇਤ ਬਹੁਤ ਧਿਆਨ ਨਾਲ ਸੁਣਿਓ।
ਜਿਨ੍ਹਾਂ ਨੂੰ ਖੁਦਾ ਨੇ ਮਹਿਰਮ ਕਰਨਾ ਚਾਹਿਆ, ਜਿਨ੍ਹਾਂ ਨੂੰ ਖੁਦਾ ਨੇ ਇਹਨਾਂ ਗੱਲਾਂ ਤੋਂ ਮਹਿਰਮ ਕਰਨਾ ਚਾਹਿਆ। ਭਈ ਪਰਾਈਆਂ ਕੌਮਾਂ ਵਿੱਚ ਇਸ ਭੇਦ ਦੇ ਧਨ ਦਾ ਪ੍ਰਾਪਤ ਕੀ ਹੈ। ਹਾਂ, ਪਰਾਈਆਂ ਕੌਮਾਂ ਵਿੱਚ ਇਸ ਭੇਤ ਦੇ ਜਿਹੜਾ ਭੇਤ ਦਾ ਧਨ ਕੀ ਹੈ। ਸੋ ਇਹ ਮਸੀਹ ਤੁਹਾਡੇ ਵਿੱਚ ਪ੍ਰਤਾਪ ਦੀ ਆਸ ਹੈ। ਕਿੱਥੇ ਮਸੀਹ ਕਿੱਥੇ ਆ? ਤੁਹਾਡੇ ਵਿੱਚ ਪ੍ਰਤਾਪ ਦੀ ਆਸ ਆ। ਮਸੀਹ ਤੁਹਾਡੇ ਵਿੱਚ ਆ। ਹਾਂਜੀ ਪੜੋ ਸ਼ਾਬਾਸ਼ੇ। ਜੀ ਵੀ ਅਸੀਂ ਖਬਰ ਦਿੰਦੇ, ਇਸ ਮਸੀਹ ਦੀ ਅਸੀਂ ਖਬਰ ਦਿੰਦੇ ਆ ਅਤੇ ਹਰੇਕ ਮਨੁੱਖ ਨੂੰ ਚਿਤਾਰਦੇ, ਹਰੇਕ ਕਲੀਸਿਆ ਦਾ ਜਿਹੜਾ ਭੈਣ ਭਾਈ ਆ, ਸਦੱਸਿਆ ਆ, ਮਨੁੱਖ ਆ, ਹਰੇਕ ਨੂੰ ਅਸੀਂ ਚਿਤਾਰਦੇ ਆ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ। ਠੀਕ ਹੈ, ਅਸੀਂ ਤਰਦੀਆਂ ਤਰਦੀਆਂ ਗੱਲਾਂ ਨਹੀਂ ਕਹਿੰਦੇ। ਹਰੇਕ ਨੂੰ ਪੂਰੇ ਗਿਆਨ ਨਾਲ ਉਪਦੇਸ਼ ਕਰਦੇ ਆ ਭਈ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰਕੇ ਪੇਸ਼ ਕਰੀਏ। ਆਮੀਨ। ਇੱਕ ਸੇਵਕ ਦਾ ਕੰਮ ਕੀ ਹੈ? ਮਸੀਹ ਵਿੱਚ ਇੱਕ ਜਿਹੜਾ ਵਿਸ਼ਵਾਸੀ ਆ ਪ੍ਰਭੂ ਦਾ, ਉਹਨੂੰ ਸਿੱਧ ਕਰਕੇ ਖੁਦਾ ਦੇ ਸਾਹਮਣੇ ਪੇਸ਼ ਕਰਨਾ। ਪੜੋ। ਅਤੇ ਇਸੇ ਗੱਲੇ ਇਸੇ ਵਜ੍ਹਾ ਦੇ ਨਾਲ ਮੈਂ ਉਹਦੀ ਕਰਨੀ ਦੇ ਅਨੁਸਾਰ, ਜਿਹੜਾ ਉਹਨੇ ਮੇਰੇ ਲਈ ਰੱਖਿਆ ਆ, ਉਹਦੀ ਕਰਨੀ ਦੇ ਅਨੁਸਾਰ, ਜੋ ਮੇਰੇ ਵਿੱਚ ਸਮਰੱਥਾ ਨਾਲ ਪਹੁੰਚਦਾ ਹੈ, ਜਿਹੜਾ ਮੇਰੇ ਵਿੱਚ ਸਮਰੱਥਾ ਨਾਲ ਪਹੁੰਚਦਾ ਆ, ਵੱਡੇ ਯਤਨ ਨਾਲ ਮਿਹਨਤ ਕਰਦਾ ਹਾਂ। ਮੈਂ ਵੱਡੇ ਯਤਨ ਨਾਲ ਕੀ ਕਰਦਾ? ਮਿਹਨਤ ਕਰਦਾ। ਰੋਂਦਿਆਂ ਕਰਲਾਂਦਿਆਂ ਮੈਂ ਮਿਹਨਤ ਨਹੀਂ ਕਰਦਾ। ਮੈਂ ਵੱਡੇ ਯਤਨ ਨਾਲ ਮਿਹਨਤ ਕਰਦਾ। ਜਿਹੜਾ ਖੁਦਾ ਦੀ ਸੇਵਾ ਸਮਝਦਾ ਮੈਂ ਕਰਨੀ, ਉਹਨੂੰ ਵੱਡੇ ਯਤਨ ਨਾਲ ਹੀ ਸਭ ਕੁਝ ਕਰਨਾ ਚਾਹੀਦਾ, ਕਿਉਂਕਿ ਸਾਡੇ ਲਈ ਇੱਕ ਨਮੂਨਾ ਹੈ। ਆਮੀਨ। ਫਿਰ ਤੁਸੀਂ ਪੜੋ 2 ਦੀ ਪਹਿਲੀ ਆਇਤ। ਮੈਂ ਚਾਹੁੰਦਾ ਹਾਂ, ਸੁਣੋ ਧਿਆਨ ਨਾਲ, ਭਾਈ ਤੁਸੀਂ ਇਹ ਜਾਣੋ, ਮੈਂ ਇਹ ਚਾਹੁੰਦਾ ਵਾਂ, ਪੌਲੁਸ ਨੇ ਕਿਹਾ ਕਿ ਤੁਸੀਂ ਇਹ ਜਾਣੋ, ਜੋ ਮੈਂ ਤੁਹਾਡੇ ਅਤੇ ਉਹਨਾਂ ਦੇ ਲਈ ਜਿਹੜੇ ਲਾਉਦੀਕੀਆ ਵਿੱਚ ਹਨ ਅਤੇ ਉਹਨਾਂ ਸਭਨਾਂ ਲਈ ਜਿਨ੍ਹਾਂ ਮੇਰਾ ਮੂੰਹ ਨਹੀਂ ਡਿਠਾ, ਕਿਹੜਾ ਯਤਨ ਕਰਦਾ ਹਾਂ। ਆਮੀਨ। ਇਸ ਨੂੰ ਪਕੜਨ ਦੀ ਕੋਸ਼ਿਸ਼ ਕਰੋ। ਕਹਿੰਦਾ ਮੈਂ ਉਹਨਾਂ ਲਈ ਜਿਨ੍ਹਾਂ ਦਾ ਮੂੰਹ ਨਹੀਂ ਵੇਖਿਆ। ਲਾਉਦੀਕੀਆ ਯੁੱਗ ਤਾਂ ਉਦੋਂ ਹੈ ਨਹੀਂ ਸੀ। ਲਾਉਦੀਕੀਆ ਯੁੱਗ ਤੇ ਆ ਹੋਣੇ ਆ। ਲਾਉਦੀਕੀਆ ਵਿੱਚ ਇੱਕ ਜਗ੍ਹਾ ਸੀ, ਕੁਝ ਥੋੜੇ ਜਿਹੇ ਉੱਥੇ ਹੈ ਸੀ, ਪਰ ਲਾਉਦੀਕੀਆ ਦਾ ਯੁੱਗ ਤੇ ਹੋਣੇ ਆ, ਜਿਨ੍ਹਾਂ ਦਾ ਉਹਨੇ ਮੂੰਹ ਨਹੀਂ ਸੀ ਵੇਖਿਆ ਪੌਲੁਸ ਨੇ। ਲੇਕਿਨ ਉਹਨਾਂ ਲਈ ਕੀ ਕਰ ਰਿਹਾ ਸੀ? ਉਹਨਾਂ ਲਈ ਯਤਨ ਕਰ ਰਿਹਾ ਸੀ। ਕੀ ਯਤਨ ਕਰ ਰਿਹਾ ਸੀ? ਆਪਣੀ ਜਿਹੜੀ ਆਪਣੇ ਦਿਨਾਂ ਦੀ ਸੱਚਾਈ ਵਿਖਾ ਰਿਹਾ ਸੀਗਾ ਕਿ ਪਹਿਲੇ ਯੁੱਗ ਦੀ ਕਲੀਸਿਆ ਕਿੱਦਾਂ ਦੀ ਸੀਗੀ, ਪਹਿਲੇ ਯੁੱਗ ਦੇ ਲੋਕ ਕਿੱਦਾਂ ਦੇ ਸਨ, ਕਿੰਨੀ ਵਫਾਦਾਰੀ ਨਾਲ ਉਹ ਖੁਦਾ ਪਿੱਛੇ ਚੱਲਦੇ ਸਨ। ਆਮੀਨ। ਪ੍ਰਭੂ ਤੁਹਾਨੂੰ ਬੜੀ ਵੱਡੀ ਬਰਕਤ ਦੇਵੇ। ਕਿੰਨੇ ਮਹਾਨ ਭੇਤ ਨੇ ਜਿਹੜੇ ਪ੍ਰਭੂ ਨੇ ਤੁਹਾਡੇ ਉੱਤੇ ਖੋਲੇ ਨੇ। ਪ੍ਰਭੂ ਤੁਹਾਨੂੰ ਬਰਕਤ ਦੇਵੇ। 3 ਦੀ 9। ਕਿਉਂ ਜੋ ਖੁਦਾਵੰਦ ਤਾਈ ਦੀ ਸਾਰੀ ਭਰਪੂਰੀ ਉਸੇ ਵਿੱਚ ਦੇਹਧਾਰੀ ਹੋ ਕੇ ਵਸਦੀ ਹੈ। ਇਹਦੇ ਵਿੱਚ ਜਿੰਨਾ ਖੁਦਾ ਤਾਈ ਦਾ ਭੇਦ ਸੀਗਾ, ਜਿੰਨੀ ਖੁਦਾ ਤਾਈ ਦੀ ਸਾਮਰਥ ਸੀਗੀ, ਉਹ ਸਾਰੀ ਪ੍ਰਭੂ ਯਿਸੂ ਮਸੀਹ ਦੇਹ ਦੇ ਵਿੱਚ ਵਾਸ ਕਰ ਰਹੀ ਸੀ। ਖੁਦਾ ਜਦੋਂ ਧਰਤੀ ਤੇ ਪ੍ਰਭੂ ਯਿਸੂ ਮਸੀਹ ਚੱਲ ਰਿਹਾ, ਕੌਣ ਚੱਲ ਰਿਹਾ ਸੀ? ਖੁਦਾ ਚੱਲ ਰਿਹਾ ਸੀ। ਤਾਈ ਉਹਨੇ ਲਾਜ਼ਰ 4 ਦਿਨ ਦੇ ਮਰੇ ਹੋਏ ਆਵਾਜ਼ ਮਾਰੀ, ਲਾਜ਼ਰ ਕਬਰ ਵਿੱਚੋਂ ਬਾਹਰ ਆ ਜਾ। ਤੇ ਲਾਜ਼ਰ ਕਬਰ ਵਿੱਚੋਂ ਕੀ ਆ ਗਿਆ? ਕਿਉਂਕਿ ਸਾਰੀ ਦੀ ਸਾਰੀ ਭਰਪੂਰੀ ਪ੍ਰਭੂ ਯਿਸੂ ਮਸੀਹ ਵਿੱਚ ਸੀ। ਔਰ ਉਹ ਸਾਰੀ ਦੀ ਸਾਰੀ ਭਰਪੂਰੀ, ਇਹ 3 ਤਹਿ ਭੇਦ ਵਿੱਚ ਜਦੋਂ ਤੁਸੀਂ ਪੜੋਗੇ ਤੇ ਸਾਰੀ ਦੀ ਸਾਰੀ ਭਰਪੂਰੀ ਇਹਨਾਂ ਦਿਨਾਂ ਵਿੱਚ ਉਹਦੇ ਲੋਕਾਂ ਵਿੱਚ ਆ ਚੁੱਕੀ ਹੈ। ਤਿੰਨ ਤਹਿ ਭੇਦ ਕੀ ਸੀ? ਨਬੀ ਨੇ ਦੱਸਿਆ, ਖੁਦਾ ਜਿਹੜਾ ਆਸਮਾਨ ਤੇ ਸੀਗਾ ਉਹ ਖੁਦਾ ਦੇਹ ਵਿੱਚ ਆ ਗਿਆ, ਔਰ ਜਿਹੜਾ ਖੁਦਾ ਦੇਹ ਵਿੱਚ ਸੀ, ਜਿਹੜਾ ਉਹਦੇ ਕੁਛ ਉਹਦੇ ਵਿੱਚ ਸੀ, ਉਹ ਸਾਰੇ ਦਾ ਸਾਰਾ ਉਹਨੇ ਆਪਣਿਆਂ ਲੋਕਾਂ ਆਪਣੀ ਕਲੀਸਿਆ ਵਿੱਚ ਉਲੇਖ ਦਿੱਤਾ। ਅੱਜ ਖੁਦਾ ਕਿੱਥੇ ਹੈ? ਅੱਜ ਖੁਦਾ ਆਪਣੇ ਲੋਕਾਂ ਵਿੱਚ।
ਤੇ ਤੁਹਾਨੂੰ ਬੜੇ ਹੀ ਧਿਆਨ ਨਾਲ ਚੱਲਣਾ ਚਾਹੀਦਾ। ਜੇ ਕੋ ਮਸੀਹ ਵਿੱਚ ਆ ਤਾਂ ਲਿਖਿਆ ਨਵੀਂ ਸ੍ਰਿਸ਼ਟੀ। ਤੁਸੀਂ ਆ ਪਾਪੀ ਸੰਸਾਰ ਦਾ ਹਿੱਸਾ ਨਹੀਂ ਜੀ। ਤੁਹਾਡੇ ਵਿੱਚ ਖੁਦਾ ਦੇਹਧਾਰੀ ਹੈ, ਤੁਹਾਡੇ ਵਿੱਚ ਖੁਦਾ ਰਹਿ ਰਿਹਾ ਹੈ। ਆ ਕੁਝ ਸ਼ੈਤਾਨ ਨੇ ਜਿਹੜੀਆਂ ਸਾਫ਼ ਕਰਨੀਆਂ ਨੇ, ਮੈਂ ਉਹਨਾਂ ਨੂੰ ਤੁਹਾਨੂੰ ਪੜ੍ਹਾ ਰਿਹਾ ਵਾਂ, ਬਹੁਤ ਧਿਆਨ ਨਾਲ ਸੁਣਿਓ। ਯਹੂਨਾ ਦੀ ਇੰਜੀਲ ਪਹਿਲੇ ਅਧਿਆਏ ਦੀ ਪਹਿਲੀ ਆਇਤ ਤੋਂ 3 ਆਇਤ ਤੱਕ ਜਦੋਂ ਪੜ੍ਹਦੇ ਹੋ, ਉੱਥੇ ਲਿਖਿਆ ਆਦ ਵਿੱਚ ਸ਼ਬਦ ਸੀ। ਆਦ ਵਿੱਚ ਸ਼ਬਦ ਸੀ। ਆਦ ਵਿੱਚ ਬਹੁਤ ਲੋਕ ਅੱਜ ਵੀ ਸ਼ਬਦ ਦੀ ਖੋਜ ਕਰਦੇ ਨੇ ਕਿ ਉਹ ਸ਼ਬਦ ਕਿਹੜਾ ਹੈ। ਲਿਖਿਆ ਆਦ ਵਿੱਚ ਸ਼ਬਦ ਸੀਗਾ ਔਰ ਸ਼ਬਦ ਖੁਦਾ ਦੇ ਸੰਗ ਸੀ। ਸ਼ਬਦ ਹੀ ਸੀ ਜਿਹੜਾ ਖੁਦਾ ਦੇ ਨਾਲ ਸੀਗਾ, ਅਤੇ ਸ਼ਬਦ ਖੁਦਾ ਸੀ। ਤੇ ਸ਼ਬਦ ਖੁਦ ਹੀ ਕੀ ਸੀਗਾ? ਖੁਦਾ ਸੀਗਾ। ਇਹੋ ਆਦ ਵਿੱਚ ਖੁਦਾ ਦੇ ਸੰਗ ਸੀ। ਇਹ ਸਾਰਾ ਕੁਝ ਖੁਦਾ ਦੇ ਵਿੱਚ ਸੀਗਾ। ਸਭ ਕੁਝ ਉਸ ਤੋਂ ਰਚਿਆ ਗਿਆ। ਠੀਕ ਹੈ, ਜ਼ਮੀਨ, ਅਸਮਾਨ, ਚੰਨ, ਸੂਰਜ, ਤਾਰੇ, ਜੋ ਕੁਝ ਵੀ ਧਰਤੀ ਤੇ ਆ, ਕੀ ਘਿਸਰਨ ਵਾਲੇ, ਕੀ ਉੱਡਣ ਵਾਲੇ ਪਰਿੰਦੇ, ਕੀ ਚੌਂ ਪੈਰਾਂ ਵਾਲੇ, ਸਭ ਕੁਝ ਉਹਦੇ ਤੋਂ ਰਚਿਆ ਗਿਆ ਆ। ਅਤੇ ਰਚਨਾ ਵਿੱਚੋਂ ਇੱਕ ਵਸਤੂ ਵੀ ਉਸ ਤੋਂ ਬਿਨਾਂ ਨਹੀਂ ਤੇ ਰਚੀ ਗਈ। ਰਚਨਾ ਵਿੱਚੋਂ ਇੱਕ ਵਸਤੂ ਵੀ ਉਹਦੇ ਤੋਂ ਬਿਨਾਂ ਨਹੀਂ ਰਚੀ ਗਈ। ਫਿਰ ਤੁਸੀਂ 14 ਆਇਤ ਨੂੰ ਪੜ੍ਹਦੇ ਹੋ, ਅਤੇ ਸ਼ਬਦ ਦੇ ਧਾਰੀ ਹੋਇਆ। ਤੇ ਉਹੀ ਸ਼ਬਦ ਜੋ ਪ੍ਰਭੂ ਯਿਸੂ ਮਸੀਹ, ਉਹੀ ਸ਼ਬਦ ਜਿਹਦੀ ਲੋਕ ਖੋਜ ਕਰਦੇ ਸਨ, ਉਹ ਦੇਹਧਾਰੀ ਹੋ ਗਿਆ। ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ। ਕਾਹਦੇ ਨਾਲ? ਨੰਬਰ 1 ਕਿਰਪਾ। ਕਿਰਪਾ ਤੋਂ ਬਗੈਰ ਇਹਨੂੰ ਕੋਈ ਪਛਾਣ ਨਹੀਂ ਸਕਦਾ। ਜੇ ਤੁਹਾਡੇ ਉੱਤੇ ਕਿਰਪਾ ਹੋਈ ਤਾਂ ਤੁਸੀਂ ਇਹਨੂੰ ਪਛਾਣਿਆ ਹੈ, ਨਹੀਂ ਤਾਂ ਤੁਸੀਂ ਪਛਾਣ ਨਹੀਂ ਸਕਦੇ। ਜਿਨ੍ਹਾਂ ਉੱਤੇ ਅੱਜ ਕਿਰਪਾ ਨਹੀਂ ਗਈ, ਉਹ ਆਂਦੇ ਜੋ ਜੋ ਲੈ ਜਾਓ, ਅਸੀਂ ਯਿਸੂ ਮਸੀਹ ਨੂੰ ਜਾਣਦੇ। ਕਿਰਪਾ ਨਾਲ ਤੇ ਸੱਚਾਈ ਨਾਲ ਭਰਪੂਰ ਹੋ ਕੇ ਉਹਨੇ ਸਾਡੇ ਵਿੱਚ ਵਾਸ ਸਾਡੇ ਕੀਤਾ। ਵਿੱਚ ਲਿਖਿਆ, ਉਹਨੇ ਸਾਡੇ ਵਿੱਚ ਵਾਸ ਕੀਤਾ। ਉਹ ਖੁਦਾ, ਉਹ ਸ਼ਬਦ ਦੇ ਧਾਰੀ ਹੋ ਕੇ ਮੇਰੇ ਤੁਹਾਡੇ ਵਿੱਚ ਆ ਗਿਆ। ਆਮੀਨ। ਅੱਜ ਉਹ ਕਿੱਥੇ ਆ? ਉਹ ਅੱਜ ਸਾਡੇ ਵਿੱਚ। ਆਮੀਨ। ਸ਼ਾਬਾਸ਼। ਥੋੜਾ ਚਾਹੁੰਦਾ ਮੈਂ ਪੜ੍ਹੀਏ ਸੀ। ਪਹਿਲਾ ਤਿਮੋਥੇਉਸ 3:16 ਵਿੱਚ ਲਿਖਿਆ, ਨਿਸੰਗ ਭਗਤੀ ਦਾ ਭੇਤ ਬਹੁਤ ਵੱਡਾ ਹੈ। ਅਤੇ ਨਿਸੰਗ ਭਗਤੀ ਦਾ ਭੇਤ ਵੱਡਾ ਹੈ। ਭਗਤੀ ਦਾ ਭੇਤ ਵੱਡਾ ਆ। ਕਈ ਦਿਨ ਨੇ ਵਾਹ ਚਲੋ ਜੀ, ਜਿੱਥੇ ਮਰਜੀ ਬਹਿ ਕੇ ਜਿੱਦਾਂ ਦੀ ਮਰਜੀ ਭੰਗਾ ਪੀ ਪੀ ਕੇ ਲੋਕ, ਉਹ ਕੀ ਹੁੰਦਾ, ਭੂਖੀ ਜੀ ਹੁੰਦੀ ਜਿਹੜੀ ਚਿਲਮਾ ਪੀ ਪੀ ਕੇ ਭਗਤੀ। ਲੇਕਿਨ ਭਗਤੀ ਦਾ ਭੇਤ ਵੱਡਾ ਹੈ, ਬਹੁਤ ਵੱਡਾ ਭੇਤ। ਭਗਤੀ ਦਾ ਭੇਤ ਵੱਡਾ ਆ। ਲੇਕਿਨ ਉਹ ਖੁਦਾ, ਉਹ ਸਰੀਰ ਵਿੱਚ ਪ੍ਰਗਟ ਹੋਇਆ। ਉਹ ਖੁਦਾ ਸਰੀਰ ਵਿੱਚ ਪ੍ਰਗਟ ਹੋਇਆ। ਆਤਮਾ ਵਿੱਚ ਧਰਮੀ ਠਹਿਰਾਇਆ ਗਿਆ। ਜਦੋਂ ਉਹਨੂੰ ਚੈੱਕ ਕੀਤਾ ਗਿਆ, ਆਤਮਾ ਵਿੱਚ ਉਹ ਧਰਮੀ ਠਹਿਰਾਇਆ ਗਿਆ। ਦੂਤਾਂ ਤੋਂ ਵੇਖਿਆ ਗਿਆ। ਤੇ ਦੂਤਾਂ ਤੋਂ ਉਹ ਵੇਖਿਆ ਗਿਆ। ਕੌਮਾਂ ਵਿੱਚ ਉਹਦਾ ਪ੍ਰਚਾਰ ਕੀਤਾ ਗਿਆ। ਕੌਮਾਂ ਵਿੱਚ ਉਹਦਾ ਪ੍ਰਚਾਰ ਕੀਤਾ ਗਿਆ। ਤੇ ਜਗਤ ਵਿੱਚ ਉਸ ਉਤੇ ਨੇਚਾ ਕੀਤੀ ਗਈ। ਸੰਸਾਰ ਵਿੱਚ ਉਹਦੇ ਉੱਤੇ ਕੀ ਕੀਤੀ ਗਈ? ਨੇਚਾ ਕੀਤੀ ਗਈ। ਇਹ ਭੇਤ ਆ ਭਗਤੀ ਦਾ ਇੱਕ ਵੱਡਾ ਭੇਤ। ਤੇਜ ਵਿੱਚ ਉਤਾਰ ਉਠਾ ਲਿਆ ਗਿਆ। ਤੇਜ ਵਿੱਚ ਉਤਾਰ ਉਠਾ ਲਿਆ। ਉਹ ਉੱਪਰ ਚਲੇ ਗਿਆ। ਆਮੀਨ। ਔਰ ਦੇਖਿਆ ਜਦੋਂ ਉੱਪਰ ਜਾ ਰਿਹਾ ਸੀਗਾ ਤੇ ਉੱਥੇ 2 ਚਿੱਟੇ ਕੱਪੜਿਆਂ ਵਾਲੇ ਆ ਕੇ ਖੜੋ ਗਏ। ਉਹਨਾਂ ਰਸੂਲਾਂ ਦੇ ਕਰਤਾ ਪਹਿਲਾਂ ਦੇ ਤੁਸੀਂ ਪੜ੍ਹ ਸਕਦੇ ਹੋ। ਉਹਨਾਂ ਪੁੱਛਿਆ, ਜਿਹੜੇ ਲੋਕ ਉੱਥੇ ਖੜੇ ਸਨ, ਉਹਨਾਂ ਪੁੱਛਿਆ ਤੁਸੀਂ ਕੀ ਵੇਖਦੇ? ਉਹਨਾਂ ਆਖਿਆ ਸੀ ਪ੍ਰਭੂ ਯਿਸੂ ਮਸੀਹ ਨੂੰ ਉੱਪਰ ਜਾਂਦਿਆਂ ਦੇਖਦੇ। ਉਹਨੇ ਕਿਹਾ ਜਿੱਦਾਂ ਤੁਸੀਂ ਇਹਨੂੰ ਜਾਂਦਿਆਂ ਵੇਖਦੇ ਹੋ, ਇਸ ਤਰ੍ਹਾਂ ਹੀ ਇਹਨੂੰ ਵਾਪਸ ਆਉਂਦਿਆਂ ਵੀ ਤੁਸੀਂ ਦੇਖੋ। ਇਹ ਲਿਖਤ ਸੀ ਕਿ ਵਾਪਸ ਆਉਂਦਿਆਂ ਤੁਸੀਂ ਉਹਨੂੰ ਵੇਖੋਗੇ। ਆਮੀਨ। ਕੀ ਅਸੀਂ ਵੇਖਣ ਦੇ ਇੰਤਜ਼ਾਰ ਚ? ਉਹਦੇ ਹੱਥ ਉੱਤੇ ਕਦੋਂ ਵਾਪਸ ਆਇਆ? ਕਦੋਂ ਵਾਪਸ ਆਇਆ? 28 ਫਰਵਰੀ 1963 ਨੂੰ ਉਹ
ਬੱਦਲ ਬਣਿਆ ਕਾਹਦੇ ਨਾਲ? ਸੱਤਾਂ ਦੂਤਾਂ ਦੇ ਨਾਲ। ਸੱਤਾਂ ਦੂਤਾਂ ਦੀ ਹਜ਼ੂਰੀ ਵਿੱਚ ਉਹ ਆਇਆ। ਆਮੀਨ। ਤੇ ਉਦੋਂ ਤੋਂ ਅੱਜ ਤੱਕ ਇੱਥੇ ਤੁਹਾਡੇ ਤੇ ਮੇਰੇ ਵਿੱਚ ਹੀ ਹੈ। ਆਮੀਨ। ਸੋ ਪ੍ਰਭੂ ਤੁਹਾਨੂੰ ਬਰਕਤ ਦੇ। ਭੇਤਾਂ ਦੀ ਸੇਵਕਾਈ, ਮੇਰੇ ਕੋਲ ਲਾਈਨ ਲੱਗੀ ਪਈ ਹੈ ਭੇਤਾਂ ਦੀ ਸੇਵਕਾਈ ਦੇ ਉੱਤੇ। ਪੂਰੇ 2 ਪੇਜ ਅਜੇ ਭਰੇ ਹੋਏ ਨੇ, ਜਿਹੜੇ ਜਿਹੜੇ ਭੇਤ ਤੁਹਾਡੇ ਮੇਰੇ ਖੋਲ ਕੇ ਤੁਹਾਡੇ ਸਾਹਮਣੇ ਆਏ ਨੇ। ਆਮੀਨ। तो ਅਸੀਂ ਪ੍ਰਭੂ ਦੀ ਆਮਦ ਤੋਂ ਅਣਜਾਣ ਨਹੀਂ ਆ। ਅਸੀਂ ਉਠਾਏ ਜਾਣ ਤੋਂ ਅਣਜਾਣ ਨਹੀਂ ਆ। ਅਸੀਂ ਜੋ ਕੁਝ ਧਰਤੀ ਉੱਤੇ ਹੋਣਾ ਉਹਦੇ ਤੋਂ ਅਣਜਾਣ ਨਹੀਂ ਆ। ਕਿਹੜੇ ਦੇਸ਼ ਨਾਲ ਕੀ ਹੋਣਾ ਇਹਦੇ ਤੋਂ ਅਸੀਂ ਬਿਲਕੁਲ ਵੀ ਅਣਜਾਣ ਨਹੀਂ ਆ। ਕਿਉਂਕਿ ਭੇਤ ਜਦੋਂ ਖੁੱਲ ਕੇ ਆਏ, ਸਾਡੇ ਨਬੀ ਨੇ ਕਿਹਾ ਹੁਣ ਵੇਖੋ ਰੂਸ ਯੂਕਰੇਨ ਨੂੰ ਨਿਕਲਿਆ ਹੋਇਆ। ਇਹਨੇ ਵਾਪਸ ਰੂਸ ਨੇ ਆਪਣੇ ਦੇਸ਼ ਵਾਪਸ ਨਹੀਂ ਆਉਣਾ। ਨੇ ਵਾਪਸ ਨਹੀਂ ਆਉਣਾ। ਇਹ ਸਿੱਧਾ ਜਾਏਗਾ ਇਸਰਾਇਲ ਵੱਲੇ। ਪਹਿਲੋਂ ਬੜੇ ਲਿਹਾਜ਼ ਨਾਲ ਉਹਦੇ ਕੋਲੋਂ ਤੇਲ ਮੰਗੇਗਾ, ਕਿਉਂਕਿ ਤੇਲ ਆਇਆ ਨਾ ਇਸ ਜੱਗ ਵਿੱਚ। ਤੇਲ ਇਹਦੇ ਕੋਲੋਂ ਕੀ ਹੋ ਜਾਣਾ? ਤੇਲ ਮੁੱਕ ਜਾਣਾ। ਇਹ ਭਵਿਸ਼ਵਾਣੀ ਨਬੀ ਨੇ ਕੀਤੀ ਸੀ। ਆਮੀਨ। ਉਹਨੇ ਕਿਹਾ ਜਦੋਂ ਇਸਰਾਇਲ ਕੋਲੋਂ रूस तेल मंगण वास्ते जाएगा, संदेश यहोवा दा दूत, संदेश का नाम है। एक जग नूं याद होना तरीके 1951 का 1951 का ਉਹਦੇ ਵਿੱਚ ਸਾਡੇ ਨਬੀ ਨੇ ਭਵਿਸ਼ਵਾਣੀ ਕੀਤੀ 1951 ਵਿੱਚ। ਉਹਨੇ ਕਿਹਾ ਜਦੋਂ ਇਸਰਾਇਲ ਵੱਲੇ रूस तेल ਲੈਣ ਜਾਵੇ ਉਦੋਂ ਪ੍ਰਭੂ ਦੇ ਲੋਕਾਂ ਦਾ ਉਠਾਇਆ ਜਾਣਾ ਹੋਊਗਾ। ਲੜਾਈ ਲੱਗੀ, ਤੇਲ ਮੁੱਕਣਾ ਹੈ, ਭਵਿਸ਼ਵਾਣੀ ਪੂਰੀ ਹੋਣੀ ਹੈ। ਇਹਨੇ ਤੇਲ ਲੈਣ ਜਾਣਾ ਹੈ, ਤਾਂ ਫਿਰ ਉਠਾਇਆ ਜਾਣਾ ਕਿੰਨੀ ਦੂਰ ਹੈ? उठाया जाना कितनी दूर है? वो तो बिल्कुल बूहे होते हैं। आमीन। रूस को कोई तबाह नहीं कर सकता, भावें नाटो दबके दे रहा है, भावें अमेरिका दबके दे रहा है। रूस ही है बाइबल के अनुसार जिहड़ा अंत तक जाता है ते सारे लोगों को जिन्ने भी ये मसीह विरोधी देश ने इन्हों तबाह करता है ते रूस नूं तबाह करता है खुदा। इस बाइबल दे अंदर रूस नूं तबाह कौन करता है? खुदा। और तुसी मैं अखां नाल वेखांगे। तुसी कहोगे हुणे तुसी क्या है, तबाही बड़ी होने वाली है। हाँ, असीं ऊपर जावांगे। हेठां बड़ी जंग लगेगी, तबाही होगी। रूस इसराइल को जो घेरा पावेगा कब्जे विच लैण लई, उदों इस बाइबल ने क्या खुदा ते उसकी दुल्हन जो तुसी ते मैं हेठां उतरनगे और फिर खुदा किदां उहनूं नाश करेगा? लिखा मुंह दी तलवार नाल। मुंह दी तलवार की है? खुदावंद दा जिउंदा वचन। वचन बोलेगा, सारा कुछ उत्थे की हो जाएगा? सारा कुछ तबाह। प्रभु तुहानूं बरकत दे। ये सब लिखतां ने बाइबल के अंदर। तो इस करके ये सेवकाई दे विच भेतां दी सेवकाई आ। असीं किसी गल तो अनजान नहीं आ, बेखबर नहीं आ। जो कुछ होना आ वो प्रभु दे लोकां नूं पहलों पता लग चुका है। कोई एक भेत नहीं है, हज़ारां भेद खोल के सामने आए ने। आओ असीं अखां नूं बंद करिए, प्रार्थना में सिराने